गुरु जी की साजी नवाजी। गुरु रूप गुरु प्यारी साध संगत जी, वाहिगुरु जी का खालसा वाहिगुरु जी की फतेह। गुरबाणी गुरु विच सतगुरु आपां नूं समझाउंदे कि आपां जिन्ने भी जीव हाँ, साडे मनां नूं सुरती का भी नाम दिता है, धन भी कह दिता है। साडी सारियां दा सुरतियां दा धन का जो पैरपति है वो एक ही है। इस संसार दे विच पुरख एक ही है, बाकी जिन्ने भी साडे मन सुरतियां एको उस पुरख दियां नारां। महाराज सच्चे पातशाह फरमाउंदे ने, इस जग में पुरख एक है और सगली नार सवाई। वे पुरख एक ही है, बाकी असी सारियां उस पुरख दियां इस्त्री रूप नारां साडियां सुरतियां। हुण साडी जो सुरती है मन, ये उस कंच नूं पति नूं किवें भावे, किवें चंगी लगे, किवें सुहागण होवे, उहदे वास्ते फिर आपां नूं भेज दिंदे। बई जो मालक है साडा पति, वो तो सदा ही जागदा है। जिहड़ी सुरती है धन, ये इधर सुती पई है विचारां दे विच, त्रै गुणां दे विच, माया दे विच। जदों असीं माया दे विच साडी सुरती सुती है, ਇਹਦੇ ਆਪਣੇ ਕੰਚ ਨੂੰ ਪਤੀ ਨੂੰ ਭਾਉਂਦੀ नहीं है। मारे फरमाउंदे, इउं क्यों कंत प्यारी होमा, सौ जागे हो निस पर सोमा। मालक दा जागदा, पति जागदा, सुरती सुती पई है विचारां दे विच।
ਜਿਵੇਂ ਮਹਾਰਾਜ ਦੱਸਦੇ ਵੀ ਇੱਕ ਸੇਜ ਵੀ ਸੀ, ਉਸ ਸੇਜ ਦੇ ਉੱਤੇ ਪਤੀ ਵੀ ਹੈ, ਕੰਸ ਵੀ ਹੈ, ਤੇ ਜੋ ਸੁਰਤੀ ਹੈ ਪਤਨੀ ਉਹ ਵੀ ਹੈ। ਹੁਣ ਜਦੋਂ ਸੁਰਤੀ ਇੱਕੋ ਕੰਸ ਦੇ ਨਾਲ ਬੈਠੀ ਇੱਕ ਸੇਜ ਤੇ ਇਸ ਨੂੰ ਨੀਂਦ ਆ ਗਈ, ਇਹ ਸੌਂ ਗਈ। ਮਾਲਕ ਜਾਗ ਰਿਹਾ ਹੈ ਤੇ ਸੁਰਤੀ ਸੁੱਤੀ ਹੋਈ ਸੁਪਨੇ ਦੇ ਵਿੱਚ ਚਲੀ ਗਈ, ਵਿਚਾਰਾਂ ਦੇ ਵਿੱਚ, ਫੁਰਨਿਆਂ 'ਚ। ਜਿਸ ਨੂੰ ਮਹਾਰਾਜ ਕਹਿੰਦੇ ਏਕਾ ਸੇਜ ਵਿਸੀ ਧਨ ਕੰਤਾ, ਭਨ ਸੂਤੀ ਫਿਰ ਸਦ ਜਗੰਤਾ। ਮਾਲਕ ਜਗਾ ਰਿਹਾ, ਬੋਲ ਰਿਹਾ, ਉਹ ਇੰਨਾ ਘੂਕ ਸੌਂ ਗਈ ਵੀ ਸੁਣਦੀ ਹੀ ਨਹੀਂ ਮਾਲਕ ਦੀ ਆਵਾਜ਼। ਸੋ ਇਸ ਤਰ੍ਹਾਂ ਫਿਰ ਅਸੀਂ, ਸਾਡੀ ਸੁਰਤੀ ਜਿਹੜੀ ਉਹ ਮਾਲਕ ਨੂੰ, ਫਿਰ ਕੰਸ ਨੂੰ ਭਾਉਂਦੀ ਨਹੀਂ। ਸੋ ਆਪਾਂ ਨੂੰ ਫਿਰ ਸਮਝਾਉਂਦੇ ਵੀ ਹੁਣ ਸਾਡੀ ਸੁਰਤੀ ਜਾਗੇ ਕਿਵੇਂ। ਮਹਾਰਾਜ ਫਿਰ ਦੱਸਦੇ ਵੀ ਸੁੱਤੀ ਹੈ ਵਿਚਾਰਾਂ ਦੇ ਵਿੱਚ, ਫੁਰਨਿਆਂ ਦੇ ਵਿੱਚ। ਸੁੱਤੀ ਨੂੰ ਜਗਾਉਣ ਵਾਸਤੇ ਫਿਰ ਆਪਾਂ ਨੂੰ ਸਤਿਗੁਰੂ ਇਹ ਗਿਆਨ ਦਿੰਦੇ, ਸੋਝੀ ਦਿੰਦੇ ਬਈ ਅਭਿਆਸ ਕਰਕੇ, ਸਿਮਰਨ ਕਰਕੇ ਇਸ ਸੁੱਤੇ ਹੋਏ ਮਨ ਨੂੰ, ਸੁੱਤੀ ਸੁਰਤੀ ਨੂੰ ਜਗਾਓ। ਮਹਾਰਾਜ ਕਹਿੰਦੇ ਸਿਮਰ 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 ਕਰ ਆਪਣਾ, ਸੋਇਆ ਮਨ ਜਗਾਈ। ਕਿ ਸੁੱਤੇ ਹੋਏ ਮਨ ਨੂੰ ਜਗਾਓ ਅਭਿਆਸ ਕਰਕੇ। ਹੁਣ ਜਿਉਂ-ਜਿਉਂ ਅਸੀਂ ਅਭਿਆਸ ਕਰਾਂਗੇ ਮਨ ਜਾਗੇਗਾ, ਤੇ ਫਿਰ ਇਹ ਮਨ ਦੀ ਜਿਹੜੀ ਸੇਜ ਹੈ ਸੁਰਤੀ ਦੀ, ਇਹ ਸ਼ੁੱਧ ਹੋਏਗੀ, ਤੇ ਫਿਰ ਪਤੀ ਕੰਸ ਨੇ ਆਉਣਾ ਸੇਜ ਦੇ ਵਿੱਚ। ਨਹੀਂ ਤਾਂ ਫਿਰ ਇਹ ਸੇਜ ਜਿਹੜੀ ਖਾਲੀ ਹੋਣ ਨਹੀਂ ਦਿੰਦੇ। ਪੰਜ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਵਾਰੀ ਵਾਰੀ ਆਉਂਦੇ ਨੇ। ਕਿਤੇ ਇੱਥੇ ਆ ਕੇ ਕਾਮ ਬੈਠ ਜਾਂਦਾ, ਕਦੇ ਕ੍ਰੋਧ ਬੈਠ ਜਾਂਦਾ, ਕਦੇ ਲੋਭ ਮੋਹ, ਕਦੇ ਹੰਕਾਰ। ਉਹ ਖਾਲੀ ਹੋਣ ਹੀ ਨਹੀਂ ਦਿੰਦੇ। ਤੇ ਮਾਲਕ ਦੇਖਦਾ ਹੈ ਬਈ ਜਦੋਂ ਖਾਲੀ ਹੋਏਗੀ ਸੇਜ ਫੇਰ ਹੀ ਉਹ ਆਏਗਾ। ਸੋ ਇਸ ਵਾਸਤੇ ਫਿਰ ਇਹ ਜੋ ਆਪਾਂ ਅਭਿਆਸ ਕਰਦੇ ਹਾਂ, ਇਸੇ ਕਰਕੇ ਹੀ ਕਰਦੇ ਹਾਂ, ਤਾਂ ਕਿ ਸਾਡੀ ਸੁਰਤੀ, ਸਾਡਾ ਮਨ ਵਿਚਾਰਾਂ ਤੋਂ, ਫੁਰਨਿਆਂ ਤੋਂ ਰਹਿਤ ਹੋ ਸਕੇ। ਜਿਨ੍ਹਾਂ ਨੇ ਵਿਚਾਰਾਂ ਤੋਂ ਮਨ ਨੂੰ ਰਹਿਤ ਕੀਤਾ, ਮਾਲਕ ਨਾ ਪਤੀ ਨਾ ਮਿਲਾਪ ਕੀਤਾ, ਉਹਨਾਂ ਨੂੰ ਗੁਰਬਾਣੀ 'ਚ ਸੁਹਾਗਣ ਆਖਿਆ। ਜਿਨ੍ਹਾਂ ਦਾ ਵਿਯੋਗ ਹੋ ਗਿਆ, ਜਿਨ੍ਹਾਂ ਨੇ ਨਹੀਂ ਮਿਲਾਪ ਕੀਤਾ, ਉਹਨਾਂ ਨੂੰ ਸੁਹਾਗਣਾ ਕਹਿੰਦੇ ਸਨ। ਹੁਣ ਜਦੋਂ ਸੁਹਾਗਣਾ ਆਪਸ ਵਿੱਚ ਇਕੱਠੀਆਂ ਹੁੰਦੀਆਂ, ਉਹ ਵਿਚਾਰ ਕਰਦੀਆਂ ਵੀ ਸਾਡਾ ਸਾਰਿਆਂ ਦਾ ਜੋ ਪਤੀ ਇੱਕੋ ਹੀ ਹੈ, ਅਸੀਂ ਇੱਕੋ ਘਰ ਦੇ ਵਿੱਚ ਵੱਸਦੇ ਤੇ ਬੜੇ ਸੁਖੀ, ਬੜੇ ਆਨੰਦ ਦੇ ਵਿੱਚ। ਮਹਾਰਾਜ ਕਹਿੰਦੇ ਸਭਨਾ ਕਾ ਸੋ ਏਕ ਹੈ, ਸਦ ਹੀ ਰਹੇ ਹਜੂਰ। ਬਈ ਉਹ ਸਦਾ ਹੀ ਸਾਡੇ ਨੇੜੇ ਰਹਿੰਦਾ ਤੇ ਅਸੀਂ ਉਹਦੇ ਘਰ ਦੇ ਵਿੱਚ ਹੀ ਰਹਿੰਦੇ। ਹੁਣ ਜਿਹੜੀ ਸੁਹਾਗਣ ਹੈ ਉਹ ਫਿਰ ਜਦੋਂ ਸੁਹਾਗਣਾਂ ਤੋਂ ਪੁੱਛਦੀ ਵੀ ਜੇ ਪਤੀ ਇੱਕੋ ਹੀ ਹੈ, ਵੀ ਮੈਨੂੰ ਤਾਂ ਕਦੇ ਉਹਨੇ ਬੁਲਾਇਆ ਹੀ ਨਹੀਂ, ਮੇਰੇ ਨਾਲ ਤਾਂ ਕਦੇ ਉਹਨੇ ਵਿਚਾਰ ਕੀਤੀ ਨਹੀਂ ਹੈ। ਫਿਰ ਉਹ ਸੁਹਾਗਣਾਂ ਦੱਸਦੀਆਂ ਵੀ ਤੂੰ ਹੁਕਮ ਨਹੀਂ ਮੰਨਿਆ। ਹੁਣ ਨਾ ਹੁਕਮ ਮੰਨਣ ਕਰਕੇ ਹੀ ਇੱਕੋ ਘਰ ਦੇ ਵਿੱਚ ਰਹਿੰਦੇ ਹੋਏ ਵੀ ਤੁਸੀਂ ਘਰ ਤੋਂ ਦੂਰ। ਜਿਵੇਂ ਆਪਾਂ ਸੰਸਾਰ ਦੇ ਵਿੱਚ ਵੀ ਦੇਖਦੇ ਹਾਂ ਬਈ ਇੱਕ ਪਰਿਵਾਰ ਹੋਵੇ, ਜਿਵੇਂ ਪਤੀ ਪਤਨੀ ਹੋਣ, ਜੇ ਉਹਨਾਂ ਦੇ ਆਪਸ ਵਿੱਚ ਵਿਚਾਰ ਨਹੀਂ ਮਿਲਦੇ, ਇੱਕੋ ਘਰ ਦੇ ਵਿੱਚ ਰਹਿੰਦੇ ਹੋਈ ਉਹ ਇੱਕ ਦੂਸਰੇ ਤੋਂ ਦੂਰ ਨੇ, ਕਿਉਂਕਿ ਉਹਨਾਂ ਦੇ ਵਿਚਾਰ ਨਹੀਂ ਮਿਲਦੇ। ਸੋ ਇਸੇ ਤਰ੍ਹਾਂ ਹੀ ਜਦੋਂ ਫਿਰ ਅਸੀਂ ਮਾਲਕ ਦਾ ਹੁਕਮ ਨਹੀਂ ਮੰਨਦੇ, ਉਹਦੇ ਘਰ ਦੇ ਵਿੱਚ ਰਹਿੰਦੇ ਹੋਈ ਸਾਡੀ ਸੁਰਤੀ ਘਰ ਤੋਂ ਦੂਰ ਹੋ ਜਾਂਦੀ।
महाराज कहते सबना का सो एक है सद ही रहे हजूर, नानक हुक्म न मने तो घर ही अंदर दूर। बई है एक घर च ही पर घर च रहिंदे ही दूर हो गए, क्योंकि पति का हुक्म नहीं मन्ने। फिर वो सुहागणा दसदियां दुहागण नूं बई तूं ना हुक्म मनण करके ही तू अपने पति तो दूर है। तो फिर वो पुछदियां भी तेरा ये विछोड़ा किवें पिया, भी किवें तेरी पति नालों प्रीत टुटी। फिर वो दसदियां भी मैं इन्हां पंजां दे वस हो के इन्हां ने मेरे अंदर ऐसी दुविधा भरी, ऐसा वैर विरोध पैदा किया कि दुविधा दे विच आके मैं माड़े वचन बोले। जदों मंदा बोलिया फिका बोलिया तो वह मेरा बोलिया होया मेरे पति नूं भाया नहीं, तो उन्हें मैनूं छड्ड दिता। महाराज दसदे कहंदे टूट परीत गई बुर बोल, दौरमत पर हर छाडी ढोल। वे किवें प्रीत टूटी बुरे बोल बोल के, माड़े वचन बोल बोल के, फिके बोल के, दुविधा दे बोल बोल के जिहड़ी ये प्रीत सी प्रीत टुट गई। फिर वो दुहागण पुछदी सुहागणा तो भी की दोबारा मेरी फिर टुटी हुई जुड़ सकती, गंढी जा सकती। वो दसदियां भी जे तू इहदे ते विचार करें, जे तू आपकी गलती मान ली महसूस करें तो दोबारा फिर तेरी टुटी हुई गंढी जा सकती। मारे फरमाउंदे टूटे गंठ पड़े विचार। बई जदों असीं विचार करते हैं शब्द की, सानू भेद खुलदा भी किवें टुटी है, तो पता लगता भी साडी अपनी गलती है, साडी गलती करके टुटी है। तो जदों साडी सुरती अपनी गलती मनदी है तो फिर ये जदों विचार करते हैं ये दसदे भी टुटी हुई फिर गंढी जा सकती, जुड़ सकती है। जिवें आप संसार च देखते भी कोई चीज़ टुट जाती है, कोई लोहे की चीज़ टुट गई तो उन्होंने वैल्डिंग कर दी थी तो टुटी हुई फिर जुड़ जाती। इस तरह ही साडी जिहड़ी सुरती साडी लेवन नाम दे नालों टुटी। तो जदों फिर आप सत्संगत करते हैं, गुरु की शरण दे विच जाते हैं, गुरु साडी टुटी हुई फिर गढ़ देंदे, फिर साडी जोड़ देंदे। सो इस वास्ते फिर जदों सत्संगत असीं करते हाँ, फिर उन्हां सुहागणां दा आपां जदों संग करते हैं जिन्हां ने मालक दे नाल मिलाप कीता, फिर वो आपां नूं दसदियां भी आओ बैठ के सारियां आपां सखियां सुरतियां भी उस मालक दे हरि दे गुण गाइए, उहदी शोभा करिए। महाराज कहंदे बह सखियां जस गावे गावन हारियां, हर नाम सलाहे उन्नत हर को बलिहारियां। बई वो जड़ियां गुरमुख सखियां वो फिर आप भी नाम की महिमा करदियां वडियाई, तो आपां नूं भी दसदियां भी तुसीं भी उहदे नाम की वडियाई करो, मालक की शोभा करो, उहदे गुण गावो। जदों फिर आपां भी उहदे गुण गाउंदे हां तो गुण गा गा के साडी सुरती जिहड़ी वो निर्मल हो जाती, साडे मन की मैल उतर जाती। ज्यों-ज्यों असीं रसना द्वारा मालक दे गुण गावांगे, जिहड़ी साडी सुरती ते मैल लगी औगणां दी, ये मैल उतरदी जाती है। इसलिए महाराज कहंदे रसना गुण गावे हर तेरे, मिटे कमाते औगण मेरे। भी जो औगण साडी सुरती ने कीते
ਉਹ ਅਵਗੁਣ ਮਿਟ ਜਾਂਦੇ। ਜਿਉਂ-ਜਿਉਂ ਅਸੀਂ ਮਾਲਕ ਦੇ ਗੁਣ ਗਾਉਂਦੇ ਹਾਂ, ਸਿਮਰਨ ਅਭਿਆਸ ਕਰਦੇ ਹਾਂ, ਜਿਉਂ-ਜਿਉਂ ਅਭਿਆਸ ਕਰਾਂਗੇ ਸਾਡੀ ਸੁਰਤੀ ਨਿਰਮਲ ਹੋਏਗੀ, ਸਾਡਾ ਮਨ ਨਿਰਮਲ ਹੋਏਗਾ, ਅਤੇ ਨਿਰਮਲ ਮਨ ਹੀ ਮਾਲਕ ਨੂੰ ਮਿਲ ਸਕਦਾ ਹੈ, ਕਿਉਂਕਿ ਮਾਲਕ ਆਪ ਨਿਰਮਲ ਹੈ, ਉਹਨੂੰ ਮੈਲ ਨਹੀਂ ਲੱਗਦੀ। ਮਹਾਰਾਜ ਕਹਿੰਦੇ ਮੇਰਾ ਪ੍ਰਭ ਸਦ ਨਿਰਮਲਾ ਮਨ ਨਿਰਮਲ ਪਾਇਆ ਜਾਏ, ਵੀ ਉਹ ਸਦਾ ਹੀ ਨਿਰਮਲ ਹੈ। ਅਤੇ ਸਾਡੀ ਸੁਰਤੀ ਮੈਲੀ ਹੋ ਗਈ, ਮਨ ਮੈਲਾ ਹੋ ਗਿਆ, ਕਿ ਜਦੋਂ ਫਿਰ ਆਪਾਂ ਸਤਸੰਗਤ ਕਰਦੇ ਹਾਂ, ਮਾਲਕ ਦੇ ਗੁਣ ਗਾਉਂਦੇ ਹਾਂ, ਅਤੇ ਫਿਰ ਸਾਡਾ ਇਹ ਜਿਹੜਾ ਮਨ ਹੈ ਨਿਰਮਲ ਹੁੰਦਾ। ਮਹਾਰਾਜ ਕਹਿੰਦੇ ਸਾਧ ਸੰਗਤ ਹੋਏ ਨਿਰਮਲਾ, ਵੀ ਸਾਧੂ ਦਾ ਸੰਗ ਕਰਕੇ, ਸਤ ਸੰਗਤ ਕਰਕੇ ਮਨ ਨਿਰਮਲ ਹੋ ਜਾਂਦਾ, ਕਰਨੀ ਨਿਰਮਲ ਹੋ ਜਾਂਦੀ ਹੈ। ਅਤੇ ਜਦੋਂ ਮਨ ਨਿਰਮਲ ਹੋਏਗਾ ਫਿਰ ਇਹ ਵਿਰਾਗੀ ਹੋ ਜਾਂਦਾ। ਜਦੋਂ ਇਹ ਵਿਰਾਗੀ ਹੁੰਦਾ ਫਿਰ ਇਹ ਮਾਇਆ ਨੂੰ ਛੱਡ ਦਿੰਦਾ। ਜਦ ਤੱਕ ਸਾਡੇ ਅੰਦਰ ਤੜਫ ਨਹੀਂ, ਵਿਰਾਗ ਨਹੀਂ, ਸਾਡੀ ਸੁਰਤੀ ਮਹਿਸੂਸ ਨਹੀਂ ਕਰਦੀ ਵਿਛੋੜੇ ਦਾ ਦੁੱਖ, ਉਹਨਾਂ ਸਮਾਂ ਫਿਰ ਇਹ ਮਾਇਆ ਨੂੰ ਛੱਡਦੀ ਨਹੀਂ। ਇਸ ਲਈ ਮਹਾਰਾਜ ਕਹਿੰਦੇ ਬਿਨ ਵਿਰਾਗ ਨੈ ਛੂਟ ਸਮਾਇਆ, ਕਿ ਜਦ ਤੱਕ ਵਿਰਾਗ ਨਹੀਂ ਉਹਨਾਂ ਸਮਾਂ ਇਹ ਮਾਇਆ ਛੁੱਟੇਗੀ ਨਹੀਂ। ਵਿਚਾਰ ਤੋਂ ਰਹੀ ਆਉਣਗੇ, ਫੁਰਨੇ ਤੋਂ ਰਹੀ ਆਉਣਗੇ। ਹੁਣ ਜਦੋਂ ਇਹ ਵਿਚਾਰ ਫੁਰਨੇ ਆਉਂਦੇ ਜੋ ਮੈਲ ਹੈ, ਵਿਚਾਰ ਹੀ ਮੈਲ ਹੈ, ਇਹਨਾਂ ਦੇ ਵਿੱਚ ਹੀ ਸਾਡੀ ਸੁਰਤੀ ਮੈਲੀ ਹੋਈ ਹੈ, ਮਨ ਮੈਲਾ ਹੋਇਆ। ਇਸੇ ਵਰਤਾਈ ਮਹਾਰਾਜ ਕਹਿੰਦੇ ਸਹਿਸੇ ਜੀਓ ਮਲੀਨ ਹੈ, ਕਿਤੇ ਸੰਜਮ ਧੋਤਾ ਜਾਏ, ਵੀ ਇਹ ਸਹਿੰਸਾ ਫਿਕਰਾਂ ਦੇ ਵਿੱਚ, ਚਿੰਤਾਵਾਂ ਦੇ ਵਿੱਚ ਮਨ ਸੀ ਜਿਹੜਾ ਮੈਲਾ ਹੋ ਗਿਆ। ਹੁਣ ਇਹ ਜਿਹੜੀ ਮੈਲ ਮਨ ਨੂੰ ਲੱਗਦੀ, ਇਹ ਨਾਮ ਦੁਆਰਾ ਧੋਤਿਆ ਜਾਂਦਾ ਹੈ। ਜਿਵੇਂ ਸੰਸਾਰ ਦੇ ਵਿੱਚ ਤਾਂ ਆਪਣਾ ਤਨ ਮੈਲਾ ਹੁੰਦਾ, ਕੱਪੜਾ ਮੈਲਾ ਹੁੰਦਾ, ਇਹਨੂੰ ਆਪਾਂ ਪਾਣੀ ਦੇ ਸਾਬਣ ਨਾਲ ਧੋ ਲੈਂਦੇ। ਸਾਡੀ ਜਿਹੜੀ ਸੁਰਤੀ ਹੈ, ਮਨ, ਇਹ ਨਾਮ ਦੁਆਰਾ ਧੋਤਾ ਜਾਂਦਾ, ਪਾਣੀ ਦੇ ਸਾਬਣ ਦੇ ਨਾਲ ਇਹ ਧੋਤਾ ਨਹੀਂ ਜਾਂਦਾ। ਬਾਹਰੀ ਇਸ਼ਨਾਨ ਕਰਕੇ ਇਹ ਮਨ ਨਹੀਂ ਸ਼ੁੱਧ ਹੁੰਦਾ। ਇਸ ਲਈ ਮਹਾਰਾਜ ਸਾਨੂੰ ਸਮਝਾਉਂਦੇ ਮੂਤ ਪਲੀਤੀ ਕੱਪੜ ਹੋਏ, ਦੇ ਸਾਬੁਨ ਲਈਏ ਉਹ ਧੋਏ ਭਰੀਏ, ਮਤ ਪਾਪਾਂ ਕੇ ਸੰਗ ਉਹ ਜੋ ਬੇਨਾਮੇ ਕੇ ਰੰਗ। ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਜੀਵ ਤੀਰਥਾਂ 'ਤੇ ਜਾਂਦੇ ਇਸ਼ਨਾਨ ਕਰਨ ਵਾਸਤੇ, ਜਦੋਂ ਤੀਰਥਾਂ 'ਤੇ ਜਾਂਦੇ, ਤੀਰਥਾਂ ਦੇ ਉੱਤੇ ਉਹ ਗੁਰਮੁਖ ਹੁੰਦੇ, ਸੰਤ ਸਾਧੂ ਜਨ ਹੁੰਦੇ। ਤੀਰਥ ਉੱਥੇ ਬਣਦਾ ਜਿੱਥੇ ਸੱਚ ਦੇ ਨਾਮ ਦੀ ਵਡਿਆਈ ਹੁੰਦੀ। ਜਿਹੜੇ ਗੁਰਮੁਖਾਂ ਨੇ ਮਾਲਕ ਨਾਲ ਮਿਲਾਪ ਕੀਤਾ, ਸੱਚ 'ਚ ਸਮਾਏ, ਨਾਮ 'ਚ ਸਮਾਏ, ਉਹ ਜਿੱਥੇ ਬੈਠ ਕੇ ਮਾਲਕ ਦੀ ਉਸਤਤ ਵਡਿਆਈ ਕਰਦੇ, ਉਹ ਧਰਤੀ ਪਵਿੱਤਰ ਹੋ ਜਾਂਦੀ। ਉਹ ਧਰਤੀ ਪਵਿੱਤਰ ਹੋਣ ਕਰਕੇ ਉੱਥੇ ਫਿਰ ਤੀਰਥ ਬਣ ਜਾਂਦਾ। ਇਸੇ ਤਰ੍ਹਾਂ ਹੀ ਫਿਰ ਜੀਵ ਜਦੋਂ ਜਾਂਦੇ ਤੀਰਥਾਂ 'ਤੇ, ਉੱਥੇ ਜਦੋਂ ਗੁਰਮੁਖ ਹੁੰਦੇ, ਉਹ ਫਿਰ ਨਾਲ ਨਾਲ ਮਨ ਦਾ ਇਸ਼ਨਾਨ ਕਰਾਉਂਦੇ, ਭੇਜ ਦਿੰਦੇ ਮਨ ਦਾ। ਅਤੇ ਮਹਾਰਾਜ ਸੱਚੇ ਪਾਤਸ਼ਾਹ ਆਉਣ ਵਾਲੇ ਸਮੇਂ ਨੂੰ ਦੇਖਦੇ ਹੋਏ ਵੀ ਕਲਯੁੱਗ ਦਾ ਸਮਾਂ ਜਿਹੜਾ ਕਲਾ ਦਾ ਕਿੱਦਾਂ ਦਾ ਆਏਗਾ, ਕਿ ਬਈ ਇਹ ਤੀਰਥਾਂ ਦੇ ਉੱਤੇ ਵੀ ਉਹਨਾਂ ਜੀਵਾਂ ਦਾ ਕਬਜ਼ਾ ਹੋ ਜਾਏਗਾ ਜਿਹੜੇ ਨਾਸਤਕ ਹੋਣਗੇ, ਮਨਮੁਖ ਹੋਣਗੇ। ਬਈ ਜੀਵ ਜਦੋਂ ਤੀਰਥਾਂ 'ਤੇ ਵੀ ਜਾਣਗੇ, ਉੱਥੇ ਜਾ ਕੇ ਵੀ ਉਹਨਾਂ ਦੇ ਮੈਲ ਦੀ ਮਾਇਲ ਆ ਜਿਹੜੀ ਉਹ ਉਤਰੇਗੀ ਨਹੀਂ, ਸਗੋਂ ਅਤੇ ਉੱਥੇ ਹੋਰ ਚੜ੍ਹਾ ਕੇ ਆ ਜਾਣਗੇ।
ਮਹਾਰਾਜ ਇਸ ਲਈ ਦੱਸਦੇ, ਕਹਿੰਦੇ ਕੋਟ ਮੱਜਨ ਤੀਰਥ ਇਸ਼ਨਾਨਾ ਇਸ ਕਲ ਮੇ ਮੈਲ ਭਰੀਜੇ। ਬਈ ਬੇਸ਼ੱਕ ਜੀਵ ਕਰੋੜਾਂ ਵੀ ਵਾਰ ਤੀਰਥਾਂ ਤੇ ਜਾਏ ਆਉਣਗੇ, ਪਰ ਮਨ ਦੀ ਮੈਲ ਨਹੀਂ ਉਤਰੇਗੀ, ਕਿਉਂਕਿ ਉਸੇ ਜੇ ਤੀਰਥ ਤੇ ਅਸੀਂ ਜਾਂਦੇ ਹਾਂ ਉੱਥੇ ਸੰਤ ਸਾਧੂ ਨਹੀਂ ਅੱਗੇ, ਤੇ ਉਹ ਫਿਰ ਤੀਰਥ ਨਹੀਂ ਹੈ। ਕਿਉਂਕਿ ਜੇ ਉੱਥੇ ਨਿੰਦਿਆ ਚੁਗਲੀ ਹੁੰਦੀ, ਈਰਖਾ ਨਫ਼ਰਤ ਦੀ ਗੱਲ ਹੁੰਦੀ, ਤੇ ਉਸ ਨੂੰ ਫਿਰ ਤੀਰਥ ਨਹੀਂ ਕਹਿੰਦੇ। ਉੱਥੇ ਜਾ ਕੇ ਅਸੀਂ ਹੋਰ ਮੈਲ ਚੜਾ ਕੇ ਆਪਦੇ ਉੱਥੇ ਆ ਜਾਂਦੇ। ਇਸ ਵਾਸਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਸਮਾਂ ਦੇਖਦੇ ਹੋਏ ਵੀ ਆਉਣ ਵਾਲਾ ਸਮਾਂ ਇੱਦਾਂ ਦਾ ਹੋਏਗਾ, ਫਿਰ ਉਹਨਾਂ ਨੇ ਸਾਨੂੰ ਸਾਡੇ ਅੰਦਰ ਜਿਹੜਾ ਤੀਰਥ ਹੈ ਉਹਦਾ ਗਿਆਨ ਦੇਣਾ ਸ਼ੁਰੂ ਕੀਤਾ। ਬਈ ਜੀਵਾਂ ਨੂੰ ਭੇਦ ਆ ਜੇ ਵੀ ਸਾਡੇ ਮਨ ਵਾਸਤੇ ਅਸਲ ਤੀਰਥ ਕਿਹੜਾ ਹੈ ਤੇ ਅਸੀਂ ਕਿੱਥੇ ਇਸ਼ਨਾਨ ਕਰਨਾ। ਮਹਾਰਾਜ ਦੱਸਦੇ ਵੀ ਜੇ ਤੁਸੀਂ ਤੀਰਥ ਤੇ ਨਹਾਉਣ ਜਾਣਾ ਹੈ ਤਾਂ ਤੀਰਥ ਤੁਹਾਡੇ ਅੰਦਰ ਨਾਮ ਹੈ। ਮਹਾਰਾਜ ਕਹਿੰਦੇ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਮਨ ਨੂੰ ਸਮਝਾਉਂਦੇ ਵੀ ਤੇਰੇ ਅੰਦਰ ਨਾਮ ਹੈ ਤੇ ਉਹ ਨਾਮ ਨੂੰ ਤੀਰਥ ਦਾ ਨਾਮ ਦਿੱਤਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਅੰਤਰਮੁਖੀ ਹੋ ਕੇ ਨਾਮ ਨੂੰ ਸੁਣੋ ਤੇ ਤੁਹਾਡਾ ਉਹ ਤੀਰਥ ਦੇ ਵਿੱਚ ਇਸ਼ਨਾਨ ਹੋ ਜਾਏਗਾ। ਜਿਵੇਂ ਸੱਚੇ ਪਾਤਸ਼ਾਹ ਦੱਸਦੇ ਵੀ 68 ਤੀਰਥ ਜਿਵੇਂ ਪ੍ਰਵਾਨਿਤ ਨੇ, ਤੇ ਆਪਾਂ ਨੂੰ ਦੱਸਿਆ ਵੀ ਉਹੀਓ 68 ਤੀਰਥ ਸਾਡੇ ਅੰਦਰ ਸਤਿਗੁਰਾਂ ਨੇ ਦਿਖਾ ਦਿੱਤੇ। ਜਿਵੇਂ ਜੀਵ ਬਾਹਰ ਜਾਂਦਾ, ਜਲ ਦੇ ਵਿੱਚ ਇਸ਼ਨਾਨ ਕਰਦਾ, ਤੇ ਉਹ ਫਿਰ ਜਲ ਦੇ ਵਿੱਚ ਵੀ ਨਾ ਤਾਂ ਸਮਾਂ ਦੇਖਦਾ, ਰਾਤ ਦੇ ਅੱਧੀ ਰਾਤੋਂ ਵੀ ਕਰ ਲੈਂਦਾ, 12 ਵਜੇ 1 ਵਜੇ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਉਹ ਜਲ ਦੇ ਵਿੱਚ ਜੀ ਵਸਦੇ ਨੇ, ਪਾਣੀ ਦੇ ਵਿੱਚ ਜੀ ਰਹਿੰਦੇ ਨੇ। ਹੁਣ ਜਿਵੇਂ ਰਾਤ ਨੂੰ ਆਪਾਂ ਸਾਰੇ ਸੁੰਨ 'ਚ ਜਾਂਦੇ ਹਾਂ, ਘਰ ਜਾਂਦੇ ਹਾਂ, ਇਸੇ ਤਰ੍ਹਾਂ ਸਾਰੇ ਜੀਵ ਰਾਤ ਨੂੰ ਘਰ ਚਲੇ ਜਾਂਦੇ। ਹੁਣ ਜਦੋਂ ਜੀਵ ਉਹ ਜਲ ਦੇ ਵਿੱਚ ਵੜਦਾ ਹੈ, ਉਹ ਜੀਵ ਘਰੇ ਗਏ ਹੁੰਦੇ ਤੇ ਉਹ ਘਰੋਂ ਫਿਰ ਇੱਧਰ ਆ ਜਾਂਦੇ ਤੇ ਉਹ ਦੁਖੀ ਹੋ ਜਾਂਦੇ। ਇਸ ਲਈ ਮਹਾਰਾਜ ਕਹਿੰਦੇ ਵੀ ਜਲ ਦੇ ਵਿੱਚ ਵੜ ਕੇ ਤੁਸੀਂ ਉਹਨਾਂ ਜੀਵਾਂ ਜਨਤਾਂ ਨੂੰ ਸਤਾਓ ਨਾ। ਵੀ ਤੁਹਾਡੇ ਅੰਦਰ ਹੀ ਤੀਰਥ ਹੈ ਮਨ ਵਾਸਤੇ, ਤੁਸੀਂ ਉਹਦੇ ਵਿੱਚ ਇਸ਼ਨਾਨ ਕਰੋ। ਮਹਾਰਾਜ ਕਹਿੰਦੇ ਤੀਰਥ ਦੇਖ ਨ ਜਲ ਮੇ ਪੈਸੋ, ਜੀ ਜੰਤ ਨ ਸਤਾਵੇ ਗੋ। 68 ਤੀਰਥ ਗੁਰੂ ਦਿਖਾਲੇ, ਘਟ ਹੀ ਭੀਤਰ ਨਾਵੇ ਗੋ। ਵੀ ਤੁਸੀਂ ਉਹਨਾਂ ਜੀਵਾਂ ਜਨਤਾਂ ਨੂੰ ਸਤਾਓ ਨਾ, ਵੀ ਤੁਹਾਡੇ ਅੰਦਰ ਹੀ ਤੀਰਥ ਹੈ, ਉਹਦੇ ਵਿੱਚ ਇਸ਼ਨਾਨ ਕਰੋ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਤਿਗੁਰਾਂ ਨੇ ਇਹ ਅੰਦਰ ਦਾ ਭੇਦ ਦਿੰਦੇ ਹੋਏ ਸਮਝਾਇਆ ਵੀ ਜੇ ਅਸੀਂ ਅੰਦਰੋਂ ਨਾਮ ਦੇ ਨਾਲ, ਸੱਚ ਦੇ ਨਾਲ ਜੁੜ ਜਾਂਦੇ, ਸੱਚੇ ਪਾਤਸ਼ਾਹ ਕਹਿੰਦੇ ਫਿਰ ਜਿੱਥੇ ਉਹ ਗੁਰਮੁਖ ਜਾਂਦੇ ਉਸੇ ਹੀ ਉਹ 68 ਤੀਰਥ ਬਣ ਜਾਂਦੇ। 68 ਤੀਰਥ ਤਿਸ ਕੇ ਸੰਗ ਰਹੇ, ਜੋ ਹਰ ਹਿਰਦੇ ਸਦਾ ਵਸਾਈ। ਵੀ ਜਿਨ੍ਹਾਂ ਨੇ ਸਦਾ ਹੀ ਉਹ ਹਰੀ ਨੂੰ, ਮਾਲਕ ਨੂੰ ਮਨ 'ਚ ਵਸਾ ਲਿਆ, ਉਹ ਜਿਸੇ ਜਾਂਦੇ ਉੱਥੇ ਹੀ ਤੀਰਥ ਦਾ ਰੂਪ ਧਾਰਨ ਹੋ ਜਾਂਦਾ। ਤਾਂਹੀਓ ਮਹਾਰਾਜ ਕਹਿੰਦੇ 68 ਤੀਰਥ ਜੈ ਸਾਧ ਪੱਗ ਧਰੇ। ਵੀ ਜਿਸੇ ਉਹ ਸਾਧੂ ਜਨ ਬੈਠਦੇ, ਸੰਤ ਬੈਠਦੇ, ਉੱਥੇ ਹੀ ਤੀਰਥ ਬਣ ਜਾਂਦਾ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਤੀਰਥ ਹੈ ਸਾਡੇ ਮਨ ਵਾਸਤੇ। ਜਦੋਂ ਗੁਰਮੁਖ ਅੰਦਰੋਂ ਨਾਮ ਦੇ ਨਾਲ ਜੁੜ ਜਾਂਦੇ, ਉਹ ਨਾਮ ਦੀ ਸਿਲਸਿਲਾ ਕਰਦੇ, ਤੇ ਉਹ ਤੀਰਥ ਬਣ ਜਾਂਦਾ ਸਾਡੇ ਮਨ ਵਾਸਤੇ। ਇਸ ਲਈ ਮਹਾਰਾਜ ਕਹਿੰਦੇ ਤੀਰਥ ਸ਼ਬਦ ਵਿਚਾਰ, ਵੀ ਜਦੋਂ ਅਸੀਂ ਸ਼ਬਦ ਦੀ ਵਿਚਾਰ ਕਰਦੇ ਹਾਂ ਸਾਡੇ ਮਨਾਂ ਦੀ ਮੈਲ ਉਤਰਦੀ ਹੈ।
ਜਿਵੇਂ ਹੁਣ ਆਪਾਂ ਤਨ ਦੀ ਮੈਲ ਤਾਂ ਪਾਣੀ ਨਾਲ ਲਾਉਂਦੇ ਹਾਂ, ਸਾਬਣ ਨਾਲ ਲਾਉਂਦੇ ਹਾਂ। ਜਦੋਂ ਆਪਾਂ ਸਤਸੰਗਤ ਦੇ ਵਿੱਚ ਆਉਂਦੇ ਹਾਂ, ਇਹ 'ਚ ਆ ਕੇ ਸਾਡੇ ਮਨ ਦੀ ਅਤੇ ਮਨ ਦਾ ਜਿਹੜਾ ਤਨ ਹੈ ਇਹਦੀ ਮੈਲ ਉਤਰਦੀ ਹੈ। ਭਾਈਓ ਮਹਾਰਾਜ ਕਹਿੰਦੇ ਮਨ ਤਨ ਧੋਵੇ ਸ਼ਬਦ ਵਿਚਾਰੀ। ਕਿ ਜਦੋਂ ਅਸੀਂ ਸ਼ਬਦ ਦੀ ਵਿਚਾਰ ਕਰਾਂਗੇ ਸਾਡਾ ਮਨ ਅਤੇ ਮਨ ਦਾ ਤਨ ਦੋਵੇਂ ਧੋਤੇ ਜਾਣਗੇ। ਸੋ ਇਸ ਵਾਸਤੇ ਫਿਰ ਜਦੋਂ ਸਾਡਾ ਮਨ ਧੋਤਾ ਗਿਆ ਅਤੇ ਮਨ ਨੇ ਸ਼ੁੱਧ ਹੋ ਜਾਣਾ, ਮਨ ਨੇ ਨਿਰਮਲ ਹੋ ਜਾਣਾ। ਜੇ ਹੁਣ ਅਸੀਂ ਸਤਸੰਗਤ ਨਹੀਂ ਕਰਦੇ, ਨਹੀਂ ਸਾਨੂੰ ਭੇਤ ਆਉਂਦਾ ਅੰਦਰ ਦਾ, ਫਿਰ ਸਾਡਾ ਮਨ ਜਿਹੜਾ ਇਹ ਧੋਤਾ ਨਹੀਂ ਜਾਂਦਾ, ਇਹ ਮੈਲਾ ਹੀ ਰਹਿੰਦਾ। ਭਾਈਓ ਮਹਾਰਾਜ ਦੱਸਦੇ ਵੀ ਬੇਸ਼ੱਕ ਜੀਵ ਜਾ ਕੇ ਤੀਰਥ 'ਤੇ ਰਹਿਣਾ ਵੀ ਸ਼ੁਰੂ ਕਰਦੇ, ਜੇ ਉਹ ਅੰਦਰੋਂ ਨਾਮ ਦੇ ਨਾਲ ਨਹੀਂ ਜੁੜਿਆ ਅਤੇ ਉਹ ਜੀਵਨ ਮੁਕਤ ਨਹੀਂ ਹੋ ਸਕਦਾ। ਜਿਵੇਂ ਜੀਵ ਅੱਗੇ ਸਮਝਦੇ ਸੀ ਵੀ ਗੰਗਾ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਮੁਕਤੀ ਮਿਲ ਜਾਂਦੀ। ਬਾਬਾ ਕਬੀਰ ਜੀ ਕਹਿੰਦੇ ਵੀ ਬੇਸ਼ੱਕ ਤੁਸੀਂ ਗੰਗਾ ਦੇ ਕਿਨਾਰੇ ਜਾ ਕੇ ਘਰ ਬਣਾ ਲਓ ਅਤੇ ਰੋਜ਼ ਉਸ ਗੰਗਾ ਦਾ ਨਿਰਮਲ ਪਾਣੀ ਪੀਓ, ਪਰ ਜਦ ਤੱਕ ਤੁਸੀਂ ਪਰਮਾਤਮਾ ਦੀ ਭਗਤੀ ਨਹੀਂ ਕਰਦੇ ਤੁਸੀਂ ਮੁਕਤ ਨਹੀਂ ਹੋ ਸਕਦੇ। ਮਹਾਰਾਜ ਕਹਿੰਦੇ ਕਬੀਰ ਗੰਗਾ ਤੀਰਥ ਘਰ ਕਰੇ, ਪੀਵੇ ਨਿਰਮਲ ਨੀਰ, ਬੈਨ ਹਰ ਭਗਤ ਨ ਮੁਕਤ ਹੋਏ, ਇਉਂ ਕਹਿ ਰਮੇ ਕਬੀਰ। ਵੀ ਜਦ ਤੱਕ ਅਸੀਂ ਭਗਤੀ ਨਹੀਂ ਕਰਦੇ, ਨਾਮ ਦੇ ਨਾਲ ਨਹੀਂ ਜੁੜਦੇ, ਮੁਕਤ ਹੋ ਨਹੀਂ ਸਕਦੇ। ਭਾਈਓ ਸਾਨੂੰ ਗੁਰੂ ਅਰਜਨ ਦੇਵ ਜੀ ਵੀ ਸਮਝਾਉਂਦੇ ਬਈ ਜੀਵ ਅੱਗੇ ਕੀ ਕਰਦੇ ਸੀ, ਜਦੋਂ ਬਜ਼ੁਰਗ ਹੋ ਜਾਂਦੇ, ਬਜ਼ੁਰਗ ਹੋ ਕੇ ਫਿਰ ਉਹ ਘਰ-ਬਾਰ ਛੱਡ ਕੇ ਤੀਰਥ ਦੇ ਉੱਤੇ ਚਲੇ ਜਾਂਦੇ। ਕੋਈ ਜੀਵ ਸਾਧਨ ਬਣਾਉਂਦੇ, ਜਾਂ ਉਦੋਂ ਘੋੜੇ ਹੁੰਦੇ ਸੀ ਜਾਂ ਇੱਦਾਂ, ਕਈ ਉੱਦਾਂ ਹੀ ਤੁਰ ਕੇ ਚਲੇ ਜਾਂਦੇ ਵੀ ਇਹਨਾਂ ਨੂੰ ਕਿੱਥੇ ਸਾਂਭਦੇ ਫਿਰਾਂਗੇ, ਬਈ ਤੀਰਥ 'ਤੇ ਜਾਵਾਂਗੇ ਅਤੇ ਉੱਥੇ ਜਾ ਕੇ ਦੇਹ ਛੱਡਾਂਗੇ। ਜੇ ਤੀਰਥ 'ਤੇ ਜਾ ਕੇ ਦੇਹ ਛੱਡੀਏ ਅਤੇ ਕਹਿੰਦੇ ਵੀ ਮੁਕਤ ਹੋ ਜਾਏਗਾ, ਮੁਕਤੀ ਮਿਲਦੀ ਹੈ। ਹੁਣ ਉਹਨਾਂ ਦੀ ਇਹ ਵਿਚਾਰਧਾਰਾ ਸੀ, ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਤੀਰਥ ਸਾਡੇ ਅੰਦਰ ਹੈ, ਜੇ ਅਸੀਂ ਉੱਥੇ ਦੇਹ ਛੱਡੀਏ ਤਾਂ ਫਿਰ ਅਸੀਂ ਮੁਕਤ ਹੁੰਦੇ। ਅਤੇ ਮਹਾਰਾਜ ਕਹਿੰਦੇ ਵੀ ਜੀਵ ਦੇ ਅੰਦਰ ਕਾਮਨਾ ਪੈਦਾ ਹੁੰਦੀ, ਪਰ ਉਹ ਤੀਰਥ 'ਤੇ ਜਾ ਕੇ ਵੀ ਉੱਥੇ ਵੀ ਉਹਨਾਂ ਦੇ ਅੰਦਰੋਂ ਹਉਮੈ ਹੰਕਾਰ ਨਾ ਖਤਮ ਹੁੰਦਾ। ਸੱਚੇ ਪਾਤਸ਼ਾਹ ਕਹਿੰਦੇ ਮਨ ਕਾਮਨਾ ਤੀਰਥ ਦੇ ਛੂਟੇ, ਗਰਭ ਗਮਾਨ ਨਾ ਮਨ ਤੇ ਹੂਟੇ। ਬਈ ਉਹ ਗਰਭ ਗਮਾਨ ਉਵੇਂ ਹੀ ਖੜ੍ਹਾ ਹੈ, ਕਿਉਂਕਿ ਉਹ ਤਾਂ ਜਾਣਾ ਨਹੀਂ ਨਾਮ ਤੋਂ ਬਿਨ। ਹਉਮੈ ਦਾ ਜਿਹੜੀ ਇਹਦਾ ਨਾਸ ਨਹੀਂ ਹੁੰਦਾ ਨਾਮ ਤੋਂ ਬਿਨ। ਇਸ ਵਾਸਤੇ ਫਿਰ ਆਪਾਂ ਨੂੰ ਸਤਿਗੁਰਾਂ ਨੇ ਸਮਝਾਇਆ ਵੀ ਬੇਸ਼ੱਕ ਜੀਵ ਜਾ ਕੇ ਤੀਰਥ 'ਤੇ ਵੀ ਦੇਹ ਛੱਡੇ, ਇੱਦਾਂ ਮੁਕਤ ਨਹੀਂ ਹੋਈਦਾ। ਬਈ ਮੁਕਤ ਜੇ ਅਸੀਂ ਹੋਣਾ ਹੈ ਤਾਂ ਨਾਮ ਤੋਂ ਬਿਨਾਂ ਕਿਸੇ ਜੀਵ ਨੂੰ ਮੁਕਤੀ ਮਿਲਦੀ ਨਹੀਂ। ਮਹਾਰਾਜ ਕਹਿੰਦੇ ਬਿਨ ਨਾਮੇ ਮੁਕਤ ਨ ਪਾਵੇ ਕੋਈ। ਇਹ ਨਾਮ ਤੋਂ ਬਿਨਾਂ ਕੋਈ ਵੀ ਜੀਵ ਮੁਕਤ ਹੁੰਦਾ ਨਹੀਂ ਹੈ, ਉਹਦੀ ਪਰਮ ਗਤੀ ਜਿਹੜੀ ਉਹਨੂੰ ਉਹ ਪ੍ਰਾਪਤ ਨਹੀਂ ਹੁੰਦੀ ਹੈ। ਇਸ ਲਈ ਮਹਾਰਾਜ ਕਹਿੰਦੇ ਹਰਿ ਕੇ ਨਾਮ ਬਿਨ ਕਿਨ ਗਤ ਪਾਈ, ਕਹੇ ਉਪਦੇਸ਼ ਕਬੀਰਾ। ਬਾਬਾ ਕਬੀਰ ਜੀ ਕਹਿੰਦੇ ਵੀ ਨਾਮ ਤੋਂ ਬਿਨਾਂ ਕੋਈ ਜੀਵ ਮੁਕਤ ਹੋ ਨਹੀਂ ਸਕਦਾ। ਅਤੇ ਉਸ ਸਮੇਂ ਜਿਹੜੇ ਜੀਵ ਵਿਦਵਾਨ ਸੀ, ਉਹਨਾਂ ਨੇ ਵੀ ਜੀਵਾਂ ਨੂੰ ਇਹ ਸ਼ੰਕਾ ਪਾਇਆ ਹੋਇਆ ਸੀ ਵੀ ਜਿਹੜੀ ਕਾਸ਼ੀ ਹੈ, ਕਾਸ਼ੀ ਜਿਹੜਾ ਸਥਾਨ ਪਵਿੱਤਰ ਹੈ, ਜਿਹੜਾ ਜੀਵ ਦੇਹ ਆ ਕੇ ਕਾਸ਼ੀ ਦੇ ਵਿੱਚ ਛੱਡਦਾ ਅਤੇ ਉਹ ਮੁਕਤ ਹੋ ਜਾਂਦਾ। ਅਤੇ ਇੱਕ ਸਥਾਨ ਸੀ ਮਗਹਰ, ਵੀ ਜਿਹੜਾ ਉੱਥੇ ਛੱਡਦਾ ਜਾ ਕੇ ਉਹ ਨਰਕਾਂ ਚਲਾ ਜਾਂਦਾ, ਉਹ ਮੁਕਤ ਨਹੀਂ ਹੁੰਦਾ। ਹੁਣ ਬਾਬਾ ਕਬੀਰ ਜੀ ਨੇ ਜੀਵਾਂ ਦਾ ਇਹ ਸ਼ੰਕਾ ਭਰਮ ਦੂਰ ਕਰਨ ਵਾਸਤੇ ਸਾਰਾ ਸਮਾਂ ਤਾਂ ਪਹਿਲਾਂ ਕਾਸ਼ੀ 'ਚ ਰਹੇ, ਜਦੋਂ ਉਹਨਾਂ ਨੇ ਦੇਹ ਛੱਡਣੀ ਸੀ ਉੱਥੇ ਮਗਹਰ ਚਲੇ ਗਏ।
ਉਹਨਾਂ ਨੇ ਉੱਥੇ ਜਾ ਕੇ ਫਿਰ ਮਗਹਰ ਉੱਥੇ ਦੇ ਛੱਡੀ। ਤੇ ਨਾਲ ਹੀ ਉਹਨਾਂ ਨੇ ਫਿਰ ਆਪਾਂ ਨੂੰ ਦੱਸਿਆ ਵੀ ਜਿੱਦਾਂ ਦੀ ਕਾਸ਼ੀ ਉੱਦਾਂ ਦਾ ਹੀ ਮਗਹਰ, ਜਿਹਨੇ ਭਗਤੀ ਕੀਤੀ ਮਾਲਕ ਦੀ ਉਹ ਕਿਤੇ ਵੀ ਦੇ ਛੱਡੇ ਉਹਨੇ ਮੁਕਤ ਹੋਣਾ ਹੀ ਹੋਣਾ। ਜਿਹੜਾ ਨਾਮ 'ਚ ਸਮਾਇਆ ਹੈ ਉਹਨੂੰ ਕੋਈ ਰੁਕਾਵਟ ਨਹੀਂ ਹੈ। ਤੇ ਜਿਹਨੇ ਭਗਤੀ ਨਹੀਂ ਕੀਤੀ ਉਹ ਚਾਹੇ ਕਾਸ਼ੀ 'ਚ ਦੇ ਛੱਡੇ ਤੇ ਉਹਨੇ ਵਾਪਸ ਜੂਨਾਂ 'ਚ ਜਾਣਾ ਹੀ ਜਾਣਾ, ਆਕਾਰਾਂ ਦੇ ਵਿੱਚ ਜਾਣਾ ਹੀ ਜਾਣਾ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਿਹਨੇ ਭਗਤੀ ਨਹੀਂ ਕੀਤੀ ਉਹ ਚਾਹੇ ਜਾ ਕੇ ਤੀਰਥ ਤੇ ਦੇ ਛੱਡ ਦੇ, ਉਹ ਫਿਰ ਵੀ ਮੁਕਤ ਨਹੀਂ ਹੋ ਸਕਦਾ। ਤੇ ਜਿਹਨੇ ਸਿਮਰਨ ਭਗਤੀ ਕੀਤੀ ਹੈ, ਨਾਮ ਦੇ ਨਾਲ ਜੁੜਿਆ, ਉਹ ਕਿਤੇ ਵੀ ਦੇ ਛੱਡੇ ਉਹ ਮੁਕਤ ਹੀ ਮੁਕਤ ਹੈ, ਕਿਉਂਕਿ ਉਹ ਜਿਉਂਦਾ ਹੀ ਮੁਕਤ ਨਹੀਂ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਜੇ ਅਸੀਂ ਨਾਮ ਦੇ ਨਾਲ ਜੁੜ ਗਏ ਇਹਦਾ ਅਸੀਂ ਜੀਵਨ ਮੁਕਤ ਹੋ ਗਏ। ਜੇ ਅਸੀਂ ਨਾਮ ਨੂੰ ਵਿਸਾਰੀ ਬੈਠੇ, ਨਾਮ ਨੂੰ ਭੁੱਲੇ ਬੈਠੇ ਹਾਂ, ਸਾਨੂੰ ਪਤਾ ਹੀ ਨਹੀਂ ਨਾਮ ਹੈ ਕੀ ਹੈ, ਫਿਰ ਅਸੀਂ ਆਉਂਦੇ ਜਾਂਦੇ ਰਹਿੰਦੇ ਹਾਂ ਆਕਾਰਾਂ ਦੇ ਵਿੱਚ। ਇਸ ਲਈ ਮਹਾਰਾਜ ਫਰਮਾਉਂਦੇ ਨਾਮ ਭੂਲੀ ਜੇ ਫਿਰ ਆਮ ਜਾਊਂ। ਕਿ ਜੇ ਅਸੀਂ ਨਾਮ ਨੂੰ ਭੁੱਲ ਹੀ ਰਹੇ, ਸਾਡਾ ਆਉਣਾ ਵੀ ਤੇ ਜਾਣਾ ਵੀ ਦੋਨੇ ਬਣੇ ਹੀ ਰਹਿਣੇ। ਸੱਚੇ ਪਾਤਸ਼ਾਹ ਕਹਿੰਦੇ ਨਾਨਕ ਨਾਮ ਵਸਾਰਿਆਂ ਆਵਣ ਜਾਣਾ ਦੋਏ। ਵੀ ਨਾਮ ਨੂੰ ਵਸਾਰ ਕੇ ਆਉਣਾ ਵੀ ਤੇ ਜਾਣਾ ਵੀ ਦੋਨੇ ਹੀ ਬਣੇ ਹੋਏ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਤੁਸੀਂ ਨਾਮ ਨੂੰ ਬੁੱਝੋ, ਨਾਮ ਦੇ ਨਾਲ ਜੁੜੋ ਤੇ ਫਿਰ ਤੁਸੀਂ ਜੀਵਨ ਮੁਕਤ ਹੋਵੋਗੇ। ਹੁਣ ਸਾਰੀ ਗੁਰਬਾਣੀ ਗੁਰੂ ਵਿੱਚ ਨਾਮ ਦੀ ਹੀ ਮਹਿਮਾ, ਨਾਮ ਦੀ ਉਸਤਤ ਵਡਿਆਈ ਕੀਤੀ ਗਈ ਹੈ। ਬਈ ਜਦੋਂ ਅਸੀਂ ਨਾਮ ਦੇ ਨਾਲ ਜੁੜ ਜਾਂਗੇ ਅੰਦਰੋਂ, ਉਹ ਮਨ ਪਵਿੱਤਰ, ਉਹ ਤਨ ਪਵਿੱਤਰ। ਬਈ ਸਾਡੇ ਅੰਦਰ ਇੱਕ ਵਸਤੂ ਹੈ ਨਾਮ, ਜੇ ਤਾਂ ਅਸੀਂ ਉਸ ਨੂੰ ਬੁੱਝ ਲਿਆ ਸਾਡੀ ਸੁਰਤੀ ਮਨ ਪਵਿੱਤਰ ਹੋ ਗਿਆ, ਪਾਕ। ਜੇ ਅਸੀਂ ਉਹਨੂੰ ਨਹੀਂ ਬੁੱਝਿਆ ਫਿਰ ਇਹ ਨਾਪਾਕ ਹੈ, ਮੈਲਾ ਹੈ, ਬਾਹਰੀ ਅਸੀਂ ਜੋ ਮਰਜ਼ੀ ਕਰੀ ਚੱਲੀਏ। ਇਸ ਲਈ ਮਹਾਰਾਜ ਫਰਮਾਉਂਦੇ ਏਕ ਵਸਤ ਬੂਝੈ ਤਦੁ ਹੋਵੇ ਪਾਕ, ਬਿਨ ਬੂਝੇ ਤੂੰ ਸਦਾ ਨਾਪਾਕ। ਸੱਚੇ ਪਾਤਸ਼ਾਹ ਕਹਿੰਦੇ ਵੀ ਇੱਕ ਵਸਤੂ ਹੈ ਨਾਮ, ਸਾਡੇ ਸਭ ਦੇ ਅੰਦਰ। ਜੇ ਤਾਂ ਕਹਿੰਦੇ ਤੁਸੀਂ ਉਸ ਨੂੰ ਬੁੱਝ ਲਿਆ ਤੇ ਤੁਸੀਂ ਪਾਕ ਹੋ ਗਏ, ਪਵਿੱਤਰ। ਜੇ ਨਹੀਂ ਬੁੱਝਿਆ ਤੇ ਫਿਰ ਨਾਪਾਕ ਹੈ, ਸਦਾ ਨਾਪਾਕ, ਸਦਾ ਮੈਲਾ। ਨਾਮ ਤੋਂ ਬਿਨਾਂ ਸਾਡਾ ਮਨ ਸ਼ੁੱਧ ਹੋ ਹੀ ਨਹੀਂ ਸਕਦਾ। ਇਸ ਵਾਸਤੇ ਫਿਰ ਸਤਿਗੁਰੂ ਕਹਿੰਦੇ ਵੀ ਜਿਹਨੇ ਬੁੱਝ ਲਿਆ ਨਾਮ ਨੂੰ ਉਹ ਜੀਵਨ ਮੁਕਤ ਹੋ ਗਿਆ, ਤੇ ਜਿਹਨੇ ਨਹੀਂ ਬੁੱਝਿਆ ਉਹਦਾ ਆਉਣ ਜਾਣ ਜਿਹੜਾ ਉਹ ਬਣਿਆ ਹੀ ਰਹਿੰਦਾ। ਹੁਣ ਸਾਡੀ ਸੁਰਤੀ ਨੂੰ, ਸਾਡੇ ਮਨ ਨੂੰ ਇਹ ਸਮਾਂ ਦਿੱਤਾ ਜਾਂਦਾ ਹੈ 4 ਯੁੱਗਾਂ ਦਾ, ਚੌਂਕੜੀ ਦਾ। ਵੀ ਇਹ ਜਦੋਂ ਤੋਂ ਖੇਲ ਸ਼ੁਰੂ ਹੋਇਆ, ਅਸੀਂ ਇਹ ਖੇਲ ਦੇ ਵਿੱਚ ਆ ਚੁੱਕੇ ਹਾਂ। ਗਾਂ ਦੀ ਗਾਂ ਅਸੀਂ ਆਕਾਰਾਂ ਦੇ ਵਿੱਚ ਤੁਰੇ ਆ ਰਹੇ ਹਾਂ। ਤੇ ਸਾਨੂੰ ਫਿਰ ਸਮਝਾਉਂਦੇ ਵੀ ਤੁਹਾਨੂੰ ਇੱਕ ਮੌਕਾ ਜ਼ਰੂਰ ਦਿੱਤਾ ਜਾਏਗਾ, ਵੀ ਉਹ ਜਦੋਂ ਤੁਹਾਨੂੰ ਮੌਕਾ ਦਿੱਤਾ ਜਾਏਗਾ ਉਹਦੇ ਵਿੱਚ ਤੁਸੀਂ ਜੀਵਨ ਮੁਕਤ ਹੋ ਸਕਦੇ। ਹੁਣ ਇਹ ਮਾਨਸ ਜਾਮੇ ਵਿੱਚ ਫਿਰ ਆਪਾਂ ਨੂੰ ਮੌਕਾ, ਫਿਰ ਆਪਾਂ ਨੂੰ ਵਾਰੀ ਦਿੱਤੀ ਜਾਂਦੀ ਹੈ ਕਿ ਹੁਣ ਤੁਸੀਂ ਨਾਮ ਨੂੰ ਬੁੱਝ ਕੇ, ਹੁਣ ਤੁਸੀਂ ਸੱਚ ਨਿਰੰਕਾਰ ਨੂੰ ਬੁੱਝ ਕੇ, ਜਾਣ ਕੇ, ਹੁਣ ਤੁਸੀਂ ਇਹ ਜਨਮ ਮਰਨ ਦਾ ਜਿਹੜਾ ਗੇੜ ਹੈ ਆਪਣਾ, ਇਹ ਸਦਾ ਵਾਸਤੇ ਮਿਟਾ ਸਕਦੇ। ਤਾਂਹੀਓ ਫਿਰ ਸਾਡੇ ਮਨ ਨੂੰ ਇਹ ਸਮਝਾਉਂਦੇ, ਗਿਆਨ ਦਿੰਦੇ, ਮਾਰੇ ਰੋਜ਼ ਦੱਸਦੇ ਆਪਾਂ ਨੂੰ, ਭਾਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਇਹ ਹੁਣ ਸਾਨੂੰ ਇਹ ਮੌਕਾ ਮਿਲਿਆ, ਇਹ ਸਾਨੂੰ ਵਾਰੀ ਮਿਲੀ ਵੀ ਹੁਣ ਤੁਸੀਂ ਇਹ ਪਹਿਚਾਣ ਕਰ ਲਓ
ਨਾਮ ਦੀ, ਸੱਚ ਦੀ। ਤੇ ਇਹ ਹੁਣ ਮੌਕਾ ਵਾਰੀ ਸਿਰਫ ਆਪਾਂ ਨੂੰ ਮਾਨਸ ਜਾਮੇ 'ਚ ਹੀ ਦਿੱਤੀ ਜਾਂਦੀ, ਹੋਰ ਕਿਸੇ ਵੀ ਆਕਾਰ, ਕਿਸੇ ਵੀ ਜੂਨ ਦੇ ਵਿੱਚ ਕਿਸੇ ਨੂੰ ਮੌਕਾ, ਕਿਸੇ ਨੂੰ ਵਾਰੀ ਨਹੀਂ। ਇੰਨਾ ਕੁ ਗਿਆਨ ਜ਼ਰੂਰ ਹੈ ਸਾਰਿਆਂ ਨੂੰ ਬਈ ਅਸੀਂ ਕਿਵੇਂ ਆਪਦਾ ਘਰ ਬਣਾਉਣਾ, ਕਿਵੇਂ ਅਸੀਂ ਆਪਦੀ ਪੇਟ ਪੂਰਤੀ ਕਰਨੀ, ਕਿਵੇਂ ਆਪਦੇ ਬੱਚੇ ਪਾਲਣੇ। ਇੰਨਾ ਕੁ ਤਾਂ ਸਭ ਨੂੰ ਗਿਆਨ ਹੈ, ਮਹਾਰਾਜ ਨੇ ਦਿੱਤਾ। ਅਜੇ ਬਾਦਸ਼ਾਹ ਕਹਿੰਦੇ ਬੀਜ ਮੰਤਰ ਸਰਬ ਕੋ ਗਿਆਨ। ਇਹ ਸਭ ਦੇ ਅੰਦਰ ਨਾਮ ਹੋਣ ਕਰਕੇ ਸਭ ਨੂੰ ਗਿਆਨ, ਇੰਨਾ ਕੁ ਤਾਂ ਗਿਆਨ। ਪਰ ਮਾਨਸ ਜਾਮੇ ਵਿੱਚ ਆਪਾਂ ਨੂੰ ਸਭ ਤੋਂ ਵੱਧ ਗਿਆਨ ਦਿੱਤਾ ਜਾਂਦਾ ਵੀ ਹੁਣ ਜੇ ਅਸੀਂ ਭੁੱਲ ਗਏ ਹਾਂ ਰਸਤਾ ਤੇ ਅਸੀਂ ਪੁੱਛ ਸਕਦੇ ਹਾਂ, ਅਸੀਂ ਸਤ ਸੰਗਤ ਕਰ ਸਕਦੇ ਹਾਂ। ਹੁਣ ਆਪਾਂ ਗੁਰੂ ਦੀ ਸ਼ਰਨ 'ਚ ਜਾ ਸਕਦੇ ਹਾਂ। ਹੁਣ ਜੇ ਆਪਾਂ ਭੁੱਲ ਗਏ ਤਾਂ ਇੱਕ ਦੂਸਰੇ ਨਾਲ ਵਿਚਾਰ ਕਰ ਸਕਦੇ, ਪੁੱਛ ਸਕਦੇ ਹਾਂ। ਹੋਰ ਕਿਸੇ ਵੀ ਆਕਾਰ, ਕਿਸੇ ਵੀ ਜੂਨ ਦੇ ਵਿੱਚ ਇੰਨਾ ਕਿਸੇ ਨੂੰ ਮੌਕਾ ਜਾਂ ਇੰਨਾ ਕਿਸੇ ਨੂੰ ਗਿਆਨ ਨਹੀਂ ਹੈ। ਉਹਨਾਂ ਦਾ ਤਾਂ ਧਿਆਨ ਦੁਆਰਾ ਸਿੱਧੀ ਹੀ ਕਾਇਆ ਪਲਟੀ ਜਾਂਦੀ ਹੈ। ਜਿੱਧਰ ਨੂੰ ਅੰਤ ਸਮੇਂ ਧਿਆਨ ਹੁੰਦਾ ਹੈ ਉਹੀ ਆਕਾਰ ਮਿਲ ਜਾਂਦਾ ਹੈ, ਕਿਉਂਕਿ ਧਿਆਨ ਦਾ ਖੇਲ ਚੱਲਦਾ ਹੈ ਸਾਰਾ। ਹੁਣ ਆਪਾਂ ਨੂੰ ਫਿਰ ਮਾਨਸ ਜਾਮੇ ਵਿੱਚ ਗਿਆਨ ਦਿੱਤਾ ਜਾਂਦਾ ਵੀ ਕਿਵੇਂ ਇਹ ਧਿਆਨ ਦੁਆਰਾ ਸਾਡੀ ਜਿਹੜੀ ਕਾਇਆ, ਇਹ ਕਾਇਆ ਪਲਟਦੀ ਹੈ। ਵੀ ਜਿਹੜੀ ਚੀਜ਼ ਸਾਡੇ ਮਨ ਦੇ ਅੰਦਰ ਵਸ ਗਈ, ਜੇ ਅਸੀਂ ਕਿਸੇ ਆਕਾਰ ਦੇ ਨਾਲ ਪਿਆਰ ਪਾ ਲਿਆ, ਮੋਹ ਪਾ ਲਿਆ, ਉਹ ਆਕਾਰ ਸਾਡੇ ਅੰਦਰ ਵਸ ਗਿਆ ਤੇ ਜਦੋਂ ਸਾਡਾ ਦਿੱਤਾ ਹੋਇਆ ਸਮਾਂ ਖਤਮ ਹੋਏਗਾ ਸਾਨੂੰ ਉਹ ਆਕਾਰ ਮਿਲ ਜਾਏਗਾ, ਸਾਨੂੰ ਉਸ ਆਕਾਰ ਦੇ ਵਿੱਚ ਭੇਜ ਦੇਣਗੇ। ਜਿਵੇਂ ਹੁਣ ਕਈ ਜੀਵ ਪੂਜਾ ਕਰਦੇ ਮਾਈ ਦੀ, ਹੁਣ ਉਹ ਮਾਈ ਹੈ ਜਿਹੜੀ ਉਹ ਮਨ 'ਚ ਵਸ ਗਈ ਤੇ ਮਹਾਰਾਜ ਕਹਿੰਦੇ ਜਿਹੜਾ ਜੀਵ ਫਿਰ ਉਹਦੀ ਪੂਜਾ ਕਰਦਾ, ਜੇ ਉਹ ਨਰ ਹੈ, ਜੇ ਉਹ ਬੰਦਾ ਹੈ ਤੇ ਉਹਨੂੰ ਜਿਹੜੀ ਅਗਲੀ ਜੂਨ ਉਹ ਇਸਤਰੀ ਦੀ ਮਿਲ ਜਾਏਗੀ, ਕਿਉਂਕਿ ਉਹਦਾ ਧਿਆਨ ਸੀ ਜਿਹੜਾ ਉਹ ਆਕਾਰ ਉਹਦੇ ਮਨ 'ਚ ਵਸ ਗਿਆ। ਮਹਾਰਾਜ ਕਹਿੰਦੇ ਮਹਾ ਮਾਈ ਕੀ ਪੂਜਾ ਕਰੇ, ਨਰ ਸੇ ਨਾਰ ਹੋਏ ਉਤਰੇ, ਨਰ ਤੋਂ ਨਰੀ ਬਣ ਜਾਏਗਾ। ਜਾਣੀ ਦੀ ਇਸ ਤਰ੍ਹਾਂ ਧਿਆਨ ਦਾ ਖੇਲ ਚੱਲਦਾ ਹੈ। ਜਿੱਧਰ ਨੂੰ ਸਾਡਾ ਧਿਆਨ ਹੋ ਜਾਂਦਾ ਹੈ ਸਾਨੂੰ ਉਹੀ ਆਕਾਰ ਮਿਲ ਜਾਂਦਾ ਹੈ। ਤੇ ਹੁਣ ਆਪਾਂ ਨੂੰ ਫਿਰ ਦੱਸਦੇ ਵੀ ਜੇ ਅਸੀਂ ਧਿਆਨ ਨਿਰੰਕਾਰ 'ਚ ਲਾ ਲਈਏ, ਪਰਮਾਤਮਾ ਦੇ ਵਿੱਚ ਸਾਡਾ ਧਿਆਨ ਲੱਗ ਜੇ ਤੇ ਫਿਰ ਅਸੀਂ ਪਰਮਾਤਮਾ ਰੂਪ ਹੋ ਸਕਦੇ ਹਾਂ, ਉਹਦੇ ਵਿੱਚ ਸਮਾ ਸਕਦੇ ਹਾਂ, ਉਹਦੇ ਵਿੱਚ ਲੀਨ ਹੋ ਸਕਦੇ ਹਾਂ। ਹੁਣ ਮਾਲਕ ਦਾ ਜਿਹੜਾ ਧਿਆਨ ਹੈ ਉਹ ਅਸੀਂ ਤਾਂਹੀਓ ਧਰ ਸਕਦੇ ਜੇ ਅਸੀਂ ਉਹਨੂੰ ਦੇਖਿਆ ਹੋਏਗਾ। ਜੇ ਅਸੀਂ ਉਹਨੂੰ ਦੇਖਿਆ ਨਹੀਂ ਤੇ ਅਸੀਂ ਉਹਦਾ ਧਿਆਨ ਨਹੀਂ ਧਰ ਸਕਦੇ। ਜਿਵੇਂ ਹੁਣ ਸੰਸਾਰ ਦੇ ਵਿੱਚ ਜਿਹਨੂੰ ਆਪਾਂ ਦੇਖਿਆ ਆਪਾਂ ਉਹਨੂੰ ਚੇਤੇ ਕਰਾਂਗੇ ਤੇ ਉਹਦਾ ਸੂਖਮ ਆਕਾਰ ਆਪਣੇ ਸਾਹਮਣੇ ਆ ਜਾਏਗਾ। ਜਿਵੇਂ ਆਪਾਂ ਕਿਸੇ ਦੀ ਗੱਲ ਕਰੀਏ ਤੇ ਆਪਾਂ ਜੇ ਅੱਖਾਂ ਬੰਦ ਵੀ ਕਰੀਏ ਉਹਦਾ ਆਕਾਰ ਸੂਖਮ ਆਪਣੇ ਸਾਹਮਣੇ ਆ ਜਾਏ, ਕਿਉਂਕਿ ਆਪਾਂ ਉਹਨੂੰ ਦੇਖੀਏ। ਸੋ ਜੇ ਹੁਣ ਅਸੀਂ ਮਾਲਕ ਨੂੰ ਦੇਖਿਆ ਨਹੀਂ ਤੇ ਫਿਰ ਅਸੀਂ ਉਹਨੂੰ ਧਿਆਨ 'ਚ ਕਿਵੇਂ ਲਿਆਈਏ। ਸੋ ਇਸ ਲਈ ਫਿਰ ਮਹਾਰਾਜ ਕਹਿੰਦੇ ਵੀ ਜਦ ਤੱਕ ਅਸੀਂ ਸਤਸੰਗਤ ਨਹੀਂ ਕਰਦੇ, ਗੁਰੂ ਦੀ ਸ਼ਰਨ 'ਚ ਨਹੀਂ ਜਾਂਦੇ, ਵੀ ਉਹਨਾਂ ਸਮਾਂ ਨਾ ਤਾਂ ਸਾਨੂੰ ਗਿਆਨ ਹੁੰਦਾ ਹੈ ਤੇ ਨਾ ਹੀ ਅਸੀਂ ਜਦ ਤੱਕ ਗੁਰੂ ਭਰਮ ਦਾ ਪੜਦਾ ਨਹੀਂ ਪਾਸੇ ਕਰਦਾ, ਅਸੀਂ ਉਹਨਾਂ ਸਮਾਂ ਧਿਆਨ ਵੀ ਨਹੀਂ ਧਰ ਸਕਦੇ ਮਾਲਕ ਦਾ। ਮਹਾਰਾਜ ਕਹਿੰਦੇ ਬਿਨ ਗੁਰ ਦੀਖਿਆ ਕੈਸੇ ਗਿਆਨ, ਬਿਨ ਪੇਖੋਏ ਕਹੋ ਕੈਸੋ ਧਿਆਨ। ਵੀ ਜਦ ਤੱਕ ਅਸੀਂ ਗੁਰੂ ਦੀ ਸ਼ਰਨ 'ਚ ਨਹੀਂ ਗਏ ਤਾਂ ਕਿੱਦਾਂ ਦਾ ਗਿਆਨ, ਸਾਨੂੰ ਗਿਆਨ ਹੋਣਾ ਹੀ ਨਹੀਂ। ਜਦ ਤੱਕ ਅਸੀਂ ਮਾਲਕ ਨੂੰ ਦੇਖਿਆ ਨਹੀਂ, ਕਹਿੰਦੇ ਬਿਨ ਪੇਖੇ ਕਹੋ ਕੈਸੋ ਧਿਆਨ। ਜਦ ਤੱਕ ਦੇਖਿਆ ਨਹੀਂ ਤੇ ਧਿਆਨ ਕਿਹਦਾ ਧਰਦੇ। ਸੋ ਇਸ ਵਾਸਤੇ ਫਿਰ ਜਦੋਂ ਆਪਾਂ ਗੁਰੂ ਦੀ ਸ਼ਰਨ ਦੇ ਵਿੱਚ ਜਾਂਦੇ ਹਾਂ, ਗੁਰੂ ਨੇ ਸਾਡਾ ਭਰਮ ਦਾ ਪਰਦਾ ਪਾਸੇ ਕਰਕੇ
ਆਪਾਂ ਨੂੰ ਮਾਲਕ ਦੇ ਸਨਮੁਖ ਕਰਨਾ ਹੁੰਦਾ, ਪਰਮਾਤਮਾ ਦੇ। ਉਹਨਾਂ ਨੇ ਆਪਾਂ ਨੂੰ ਪਰਮਾਤਮਾ ਨੂੰ ਦਿਖਾਉਣਾ ਹੁੰਦਾ ਹੈ। ਇਸ ਲਈ ਮਹਾਰਾਜ ਦੱਸਦੇ, ਪੂਰੇ ਗੁਰੂ ਦੀ ਨਿਸ਼ਾਨੀ ਪੂਰੇ ਗੁਰ ਕਾ ਸੋਨਾ ਉਪਦੇਸ਼, ਆਰ ਬ੍ਰਹਮ ਨਿਕਟ ਕਰ ਪੇਖ। ਵੀ ਜਿਹਨੂੰ ਅਸੀਂ ਸੁਣਦੇ ਹਾਂ ਵੀ ਪਰਮਾਤਮਾ ਨੇੜੇ ਹੈ ਪਰ ਅਸੀਂ ਦੇਖਿਆ ਨਹੀਂ, ਉਹ ਫਿਰ ਆਪਾਂ ਨੂੰ ਗੁਰੂ ਨੇ ਨੇੜੇ ਦਿਖਾ ਦੇਣਾ ਭਰਮ ਦਾ ਪਰਦਾ ਪਾਸੇ ਕਰਕੇ। ਮਹਾਰਾਜ ਕਹਿੰਦੇ ਨਿਕਟ ਸੁਣਿਓ ਔਰ ਪੇਖਿਓ ਨਾਹੀਂ, ਭਰਮ ਭਰਮ ਦੁਖ ਭਰੀਆ, ਹੋਈ ਕਿਰਪਾਲ ਗੁਰ ਲਾਇਓ ਪਾਰ ਦੋ, ਮਿਲਿਓ ਲਾਲ ਮਨ ਹਰੀਆ। ਬਈ ਗੁਰੂ ਨੇ ਉਹ ਪਰਦਾ ਪਾਸੇ ਕੀਤਾ ਤੇ ਸਾਹਮਣੇ ਦਿਖਾ ਦਿੱਤਾ, ਤੇ ਜਦੋਂ ਆਪਾਂ ਦੇਖਦੇ ਹਾਂ ਫਿਰ ਮਾਲਕ ਦਾ ਧਿਆਨ ਧਰਿਆ ਜਾਂਦਾ। ਫਿਰ ਦੇਖ ਦੇਖ ਕੇ ਸਤਿਗੁਰ ਦੀ ਸੇਵਾ ਹੁੰਦੀ ਹੈ। ਆਪਾਂ ਜਦੋਂ ਲਗਾਤਾਰ ਦੇਖੀ ਜਾਵਾਂਗੇ, ਦੇਖ ਦੇਖ ਕੇ ਸਾਡੇ ਮਨ 'ਚ ਵਸ ਜਾਏਗਾ, ਹਿਰਦੇ 'ਚ ਵਸ ਜਾਏਗਾ। ਜਦੋਂ ਮਨ 'ਚ ਵਸ ਜਾਏਗਾ ਤੇ ਫਿਰ ਆਪਾਂ ਜਦੋਂ ਦੇਹ ਛੱਡਾਂਗੇ ਤੇ ਮਾਲਕ ਦਾ ਰੂਪ ਹੋ ਜਾਵਾਂਗੇ। ਜਾਣੀ ਦੀ ਜਦੋਂ ਅਸੀਂ ਧਿਆਨ ਮਾਲਕ ਵੱਲ ਰੱਖਾਂਗੇ ਤੇ ਸਾਨੂੰ ਮਾਲਕ ਆਪਦੇ 'ਚ ਸੰਭਾਲੇਗਾ। ਜੇ ਸਾਡਾ ਧਿਆਨ ਇੱਧਰ ਮਾਇਆ ਵੱਲ ਹੋਏਗਾ, ਆਕਾਰਾਂ ਵੱਲ ਹੋਏਗਾ, ਤੇ ਅਸੀਂ ਇੱਧਰ ਨੂੰ ਆ ਜਾਵਾਂਗੇ ਵਾਪਸ। ਇਸ ਕਰਕੇ ਫਿਰ ਇਹ ਮਾਨਸ ਜਾਮੇ ਵਿੱਚ ਆਪਾਂ ਨੂੰ ਇੱਛਾਧਾਰੀ ਬਣਾਇਆ, ਸਾਡੀ ਇੱਛਾ 'ਤੇ ਚੱਲਦਾ ਹੈ। ਮਹਾਰਾਜ ਕਹਿੰਦੇ ਵੀ ਜੇ ਤੁਹਾਨੂੰ ਕੋਈ ਆਕਾਰ ਚੰਗਾ ਲੱਗਦਾ ਤੁਸੀਂ ਉਹਨੂੰ ਮਨ 'ਚ ਵਸਾ ਲਓ। ਜਦੋਂ ਤੁਹਾਡਾ ਦਿੱਤਾ ਹੋਇਆ ਸਮਾਂ ਖਤਮ ਹੋਏ ਤੁਹਾਨੂੰ ਕੋਈ ਆਕਾਰ ਦੇ ਦਾਂਗੇ ਉੱਦਾਂ ਦਾ ਹੀ। ਜੇ ਤੁਹਾਨੂੰ ਭੇਦ ਆ ਗਿਆ ਵੀ ਆਕਾਰ ਦੇ ਵਿੱਚ ਦੁੱਖ ਹੈ, ਵੀ ਹੁਣ ਅਸੀਂ ਆਕਾਰ 'ਚ ਨਹੀਂ ਆਉਣਾ ਚਾਹੁੰਦੇ, ਬਈ ਹੋਰਾਂ ਤਾਂ ਆਕਾਰਾਂ ਦੇ ਵਿੱਚ ਕਿਤੇ ਗੁਣਾ ਵੱਧ ਦੁੱਖ ਹੈ, ਮਾਨਸ ਜਾਮੇ ਵਿੱਚ ਹੀ ਦੇਖੋ ਵੀ ਜੀਵਨ ਨੂੰ ਕਿੰਨੇ ਦੁੱਖ ਨੇ। ਹਾਲਾਂਕਿ ਸਭ ਤੋਂ ਵੱਧ ਗਿਆਨ ਨੇ, ਸਭ ਤੋਂ ਵੱਧ ਸਹੂਲਤਾਂ ਨੇ, ਫਿਰ ਵੀ ਇਹ ਮਾਨਸ ਜਾਮੇ ਵਿੱਚ ਆਕਾਰ ਦੇ ਵਿੱਚ ਵੀ ਦੁੱਖ ਹੀ ਦੁੱਖ ਹੈ। ਸੋ ਇਸ ਕਰਕੇ ਜੇ ਹੁਣ ਆਪਾਂ ਚਾਹੁੰਦੇ ਹਾਂ ਵੀ ਅਸੀਂ ਦੁਬਾਰਾ ਨਹੀਂ ਆਉਣਾ ਚਾਹੁੰਦੇ ਆਕਾਰ ਦੇ ਵਿੱਚ, ਸਾਨੂੰ ਨਹੀਂ ਕੋਈ ਵੀ ਆਕਾਰ ਚਾਹੀਦਾ, ਫਿਰ ਮਹਾਰਾਜ ਕਹਿੰਦੇ ਮੈਨੂੰ ਮਨ 'ਚ ਵਸਾ ਲਓ, ਤੁਸੀਂ ਮੇਰੇ ਵੱਲ ਧਿਆਨ ਰੱਖੋ। ਜਦੋਂ ਤੁਹਾਡਾ ਦਿੱਤਾ ਹੋਇਆ ਸਮਾਂ ਖਤਮ ਹੋਏਗਾ ਤੁਹਾਨੂੰ ਮੈਂ ਆਪਦੇ 'ਚ ਸੰਭਾਲਾਂਗਾ। ਇਸੇ ਕਰਕੇ ਹੀ ਇਹ ਜਿਹੜੇ ਆਪਾਂ ਨੂੰ ਸਵਾਸਾਂ ਦਾ ਧਨ ਦਿੱਤਾ, ਤਾਂਹੀਓ ਇਹ ਗੁਪਤ ਰੱਖਿਆ ਜਾਂਦਾ ਹੈ। ਬਈ ਮਾਲਕ ਚਾਹੁੰਦਾ ਹੈ ਬਈ ਇਹ ਸਵਾਸ ਜਦੋਂ ਮੈਂ ਇਹਨਾਂ ਨੂੰ ਦੇਵਾਂ ਬਈ ਇਹ ਮੇਰੇ ਵੱਲ ਦੇਖਣ, ਬਈ ਆਹ ਸਵਾਸ ਆਇਆ, ਹੁਣ ਅਗਲਾ ਸਾਡੇ ਮੁੱਖ 'ਚ ਪਾਉਂਦੇ ਵੀ ਹੈ ਕਿ ਨਹੀਂ ਪਾਉਂਦੇ। ਜੇ ਹੁਣ ਅਸੀਂ ਧਿਆਨ ਮਾਲਕ ਵੱਲ ਰੱਖਾਂਗੇ ਤੇ ਉੱਧਰੋਂ ਸਾਡਾ ਸਮਾਂ ਖਤਮ ਹੋ ਗਿਆ ਤੇ ਮਾਲਕ ਸਾਨੂੰ ਆਪਦੀ 'ਚ ਸੰਭਾਲੇ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਿਵੇਂ ਛੋਟਾ ਬੱਚਾ ਹੁੰਦਾ ਹੈ, ਮਾਂ ਪਿਓ ਉਸ ਨੂੰ ਖੁਰਾਕ ਦਿੰਦੇ ਤੇ ਉਹ ਉਹਨਾਂ ਦੇ ਤਨ ਵੱਲ ਹੀ ਦੇਖੀ ਜਾਂਦਾ, ਉਹਨਾਂ ਵੱਲ ਹੀ ਦੇਖੀ ਜਾਂਦਾ ਵੀ ਹੁਣ ਮੇਰੇ ਆ ਮੁੱਖ 'ਚ ਗਰਾਈ ਪਾਈ ਤੇ ਹੁਣ ਦੂਸਰੀ ਕਦੋਂ ਪਾਉਣਗੇ, ਉਹ ਦੇਖਦਾ ਉਹਨਾਂ ਵੱਲ। ਸੋ ਇਸੇ ਤਰ੍ਹਾਂ ਹੀ ਸਾਡਾ ਮਾਤਾ ਪਿਤਾ ਸਾਡੇ ਮੁੱਖ ਦੇ ਵਿੱਚ ਸਵਾਸਾਂ ਦੀ ਗਰਾਹੀ ਪਾ ਰਹੇ ਹੈ ਤੇ ਆਪਾਂ ਨੂੰ ਕਹਿੰਦੇ ਵੀ ਆਪਣੇ ਨਾਲੋਂ ਤਾਂ ਬੱਚਾ ਹੀ ਚੰਗਾ ਹੈ, ਜਿਹੜਾ ਗਰਾਹੀ ਪਾਉਣ ਵਾਲੇ ਦੇ ਮੂੰਹ ਵੱਲ ਤਾਂ ਦੇਖਦਾ, ਝਾਕਦਾ ਤਾਂ ਹੈ, ਧਿਆਨ ਤਾਂ ਉਹਦਾ ਉੱਧਰ ਨੂੰ ਬਈ ਆਪ ਆਇਆ ਹੁਣ ਦੂਜੀ ਕਦੋਂ ਪਾਉਂਦੀ। ਸੋ ਆਪਾਂ ਨੂੰ ਕਹਿੰਦੇ ਵੀ ਮਾਲਕ ਸਾਡੇ ਸਾਰਿਆਂ ਦੇ ਮੁੱਖ ਦੇ ਵਿੱਚ ਇਹ ਸਵਾਸਾਂ ਦੀ ਗਰਾਹੀ ਪਾ ਰਿਹਾ ਤੇ ਉਹਦੇ ਵੱਲ ਦੇਖੋ, ਵੀ ਉਹਦੇ ਵੱਲ ਧਿਆਨ ਰੱਖੋ। ਇਸ ਲਈ ਫਰਮਾਉਂਦੇ ਆਪੇ ਕਰਤਾ ਕਰ ਕਰ ਵੇਖੇ ਦਿਨ ਦਾ ਸਾਹਸ ਗਿਰਾਹਾ ਹੈ। ਜਿਵੇਂ ਮਾਤਾ ਪਿਤਾ ਬੱਚੇ ਦੇ ਮੁੱਖ 'ਚ ਗਰਾਹੀਆਂ ਪਾਉਂਦੇ, ਇਸੇ ਤਰ੍ਹਾਂ ਹੀ ਆਪਾਂ ਸਾਰੇ ਬੱਚੇ ਹੀ ਆ ਮਾਲਕ ਦੇ, ਤੇ ਸਾਡੇ ਮੁੱਖ ਦੇ ਵਿੱਚ ਇੱਕ ਇੱਕ ਸਵਾਸ ਗਰਾਹੀ ਪਾ ਰਹੇ ਤੇ ਸਾਨੂੰ ਸਾਹਮਣੇ ਦੇਖ ਰਹੇ ਆ। ਹੁਣ ਉਹ ਤਾਂ ਸਾਨੂੰ ਦੇਖਦਾ, ਅਸੀਂ ਉਹਨੂੰ ਦੇਖਦੇ ਨਹੀਂ। ਇਸ ਕਰਕੇ ਫਿਰ ਆਪਾਂ ਨੂੰ ਕਹਿੰਦੇ
ਵੀ ਤੁਸੀਂ ਵੀ ਧਿਆਨ ਰੱਖੋ, ਤੁਸੀਂ ਵੀ ਇਸ ਸਵਾਸ ਦੇ ਨਾਲ ਮਾਲਕ ਨੂੰ ਚੇਤੇ ਕਰੋ, ਉਹਦੇ ਗੁਣ ਗਾਓ। ਇਸ ਲਈ ਫਿਰ ਕਹਿੰਦੇ ਦਮ ਦਮ ਸਦਾ ਸੰਭਾਲਦਾ ਦਮ ਨਾ ਵਿਰਥਾ ਜਾਈ, ਵੀ ਇਹਨਾਂ ਦਮਾਂ ਨੂੰ ਸੰਭਾਲੋ, ਇਹਨਾਂ ਦਮਾਂ ਦੇ ਨਾਲ ਮਾਲਕ ਨੂੰ ਚੇਤੇ ਕਰੋ। ਜਦੋਂ ਸਵਾਸ ਆਪਾਂ ਨੂੰ ਕਹਿੰਦੇ ਵੀ ਅੰਦਰ ਨੂੰ ਜਾਂਦਾ ਉਦੋਂ ਵਾਹੇ ਬੋਲੋ, ਬਾਹਰ ਨੂੰ ਆਉਂਦਾ ਗੁਰੂ ਬੋਲੋ, ਵੀ ਇਹਨਾਂ ਦਮਾਂ ਨੂੰ ਸੰਭਾਲੋ ਅਤੇ ਮਾਲਕ ਨੂੰ ਚੇਤੇ ਰੱਖੋ। ਆਓ ਹੁਣ ਕਿਵੇਂ ਆਪਾਂ ਇਹਨਾਂ ਦਮਾਂ ਨੂੰ ਸਵਾਸਾਂ ਨੂੰ ਸੰਭਾਲਣਾ, ਜੋ ਮਹਾਰਾਜ ਆਪਾਂ ਨੂੰ ਇਹ ਸਾਸ ਗਰਾਸੇ ਮਨ ਦੱਸਦੇ ਨੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
इस तरीके नाल गुरमुख इन्हां दमां नूं समासां नूं आपां संभालना। ਜਿਹੜੇ ਸਵਾਸ ਨਾਲ ਆਪਾਂ ਮਾਲਕ ਨੂੰ ਨਹੀਂ ਚੇਤੇ ਕਰਦੇ, ਨਹੀਂ ਸਿਮਰਨ ਕਰਦੇ, ਉਹ ਸਾਡਾ ਵਿਅਰਥ ਚਲਾ ਜਾਂਦਾ ਹੈ। ਮਹਾਰਾਜ ਫਰਮਾਉਂਦੇ ਜੋ ਦਮ ਚਿਤ ਨਾ ਆਵਈ ਸੋ ਦਮ ਬਿਰਥਾ ਜਾਈ। ਹੁਣ ਇਹ ਆਪਣੇ ਸਵਾਸ ਬੜੇ ਕੀਮਤੀ, ਆਪਾਂ ਨੂੰ ਬੜਮੁੱਲਾ ਧਨ ਮਿਲਿਆ। ਇਹਨਾਂ ਸਵਾਸਾਂ ਨੂੰ ਮਹਾਰਾਜ ਕਹਿੰਦੇ ਵੀ ਵਿਅਰਥ ਨਾ ਖਰਾਬ ਕਰੋ, ਇਹਨਾਂ ਨੂੰ ਵੱਧ ਤੋਂ ਵੱਧ ਸੰਭਾਲੋ, ਨਿਰਗੁਣ ਦੇ ਖਜ਼ਾਨੇ 'ਚ ਜਮ੍ਹਾਂ ਕਰਾਓ। ਹੁਣ ਇਸ ਵਾਸਤੇ ਆਪਾਂ ਜਿਉਂ-ਜਿਉਂ ਸਵਾਸਾਂ ਦਾ ਧਨ ਨਿਰਗੁਣ ਦੇ ਖਜ਼ਾਨੇ 'ਚ ਜਮ੍ਹਾਂ ਕਰਾਵਾਂਗੇ, ਇਹਦੇ ਬਦਲੇ ਹੀ ਆਪਾਂ ਨੂੰ ਆਪਣੇ ਮਨ ਦੀ ਖੁਰਾਕ ਮਿਲਣੀ ਹੈ, ਅੰਮ੍ਰਿਤ। ਇਹਦੇ ਬਦਲੇ ਹੀ ਸਾਨੂੰ ਨਾਮ ਰਤਨ ਦੀ ਪ੍ਰਾਪਤੀ ਹੋਣੀ ਹੈ। ਹੁਣ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਵੱਧ ਤੋਂ ਵੱਧ ਇਹ ਧਨ ਹੈ ਜਿਹੜਾ ਇਹ ਜਮ੍ਹਾਂ ਕਰਾਓ। ਹੁਣ ਇਸ ਲਈ ਇਹ ਆਪਾਂ ਵੱਧ ਤੋਂ ਵੱਧ ਫਿਰ ਸਿਮਰਨ ਕਰਨਾ। ਇਹ ਜਿੰਨਾ ਸਾਡਾ ਧਨ ਜਮ੍ਹਾਂ ਹੋਏਗਾ ਓਨਾ ਹੀ ਅਸੀਂ ਸੁਖੀ ਹੋ ਜਾਵਾਂਗੇ। ਜਿਵੇਂ ਸੰਸਾਰ ਦੇ ਵਿੱਚ ਜੀਵ ਦੁਨਿਆਵੀ ਧਨ ਜਮ੍ਹਾਂ ਕਰਦਾ, ਉਹ ਕਹਿੰਦਾ ਵੀ ਜਿੰਨਾ ਮੈਂ ਕੁਝ ਇਕੱਠਾ ਕਰ ਲਾਂ ਵੀ ਤਾਂ ਕਿ ਜਦੋਂ ਬੁਢੇਪਾ ਆਵੇ ਜਾਂ ਅੰਤ ਸਮਾਂ ਆਵੇ ਵੀ ਉਦੋਂ ਮੇਰੇ ਕੰਮ ਆ ਸਕਦਾ, ਕੁਝ ਨਾ ਕੁਝ ਪੂੰਜੀ ਇਕੱਠੀ ਕਰਕੇ ਰੱਖਾਂ। ਇਸੇ ਤਰ੍ਹਾਂ ਹੀ ਇਹ ਸਾਡੇ ਕੋਲ ਹੁਣ ਮਨ ਵਾਸਤੇ ਪੂੰਜੀ ਜਿੰਨੀ ਅਸੀਂ ਇਕੱਠੀ ਕਰ ਲਾਂਗੇ ਤੇ ਉਨਾ ਹੀ ਸੌਖਾ ਹੈ, ਕਿਉਂਕਿ ਅੰਤ ਸਮਾਂ ਕੋਈ ਪਤਾ ਨਹੀਂ ਕਿੱਦਾਂ ਦਾ ਹੋਣਾ ਹੈ। ਇਹ ਨਹੀਂ ਪਤਾ ਵੀ ਸਰੀਰ ਨੂੰ ਕੋਈ ਐਸਾ ਰੋਗ ਲੱਗ ਜੇ, ਜਾਂ ਕੋਈ ਰਸਤੇ 'ਚ ਆਪਾਂ ਜਾ ਰਹੇ ਹਾਂ ਕੋਈ ਹਾਦਸਾ ਹੋ ਜੇ, ਕੋਈ ਪਤਾ ਨਹੀਂ ਵੀ ਅੰਤ ਸਮਾਂ ਕਿਸੇ ਦਾ ਵੀ ਕਿੱਦਾਂ ਦਾ ਹੋਣਾ। ਜੇ ਹੁਣ ਸਾਡੇ ਪੱਲੇ ਧਨ ਹੋਏਗਾ, ਅਸੀਂ ਮਾਲਕ ਨਾਲ ਜੁੜੇ ਹੋਵਾਂਗੇ ਤੇ ਸਾਨੂੰ ਫਿਰ ਅੱਗੇ ਸੌਖਾ ਹੋ ਜਾਂਦਾ ਹੈ। ਇਸ ਲਈ ਮਹਾਰਾਜ ਫਰਮਾਉਂਦੇ ਕਿ ਆ ਜਾਣਾ ਕਿਬ ਮਰੇਂਗੇ, ਐਸਾ ਮਰਨਾ ਹੋਏ, ਜੇਕਰ ਸਾਹਿਬ ਮਨੋਂ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ। ਵੀ ਜੇ ਸਾਨੂੰ ਵਿਸਰੇ ਨਾ ਮਾਲਕ ਤੇ ਸਾਨੂੰ ਸੌਖਾ, ਜੇ ਹੁਣ ਸਾਨੂੰ ਭੁੱਲਿਆ ਤੇ ਫਿਰ ਔਖਾ ਹੈ। ਸੋ ਇਸ ਵਾਸਤੇ ਹੁਣ ਆਪਾਂ ਇਹ ਵੱਧ ਤੋਂ ਵੱਧ ਧਨ ਹੈ ਜਿਹੜਾ ਆਪਣੇ ਵਾਸਤੇ ਜਮ੍ਹਾਂ ਕਰਨਾ, ਇਹਦੇ ਵਿੱਚ ਆਲਸ ਨਹੀਂ ਕਰਨਾ। ਇਸ ਲਈ ਮਹਾਰਾਜ ਕਹਿੰਦੇ ਸਤਿਗੁਰ ਸੇਵ ਖਰਚ ਹਰ ਬੰਧੋ ਮਤ ਜਾਣੋ ਆਜ ਕੇ ਕਾਲੀ। ਜੇ ਸਾਡੇ ਪੱਲੇ ਖਰਚ ਹੋਏਗਾ, ਕੋਲੇ ਧਨ ਹੋਏਗਾ, ਇਕੱਠਾ ਕੀਤਾ ਹੋਇਆ, ਕਮਾਈ ਕੀਤੀ ਹੋਈ ਹੋਏਗੀ ਤੇ ਸਾਨੂੰ ਸੌਖਾ ਹੋ ਜਾਏਗਾ। ਸੋ ਇਸ ਵਾਸਤੇ ਹੁਣ ਇਹ ਆਪਾਂ ਵੱਧ ਤੋਂ ਵੱਧ ਸਿਮਰਨ ਕਰਨਾ ਹੈ। ਗੁਰਬਾਣੀ ਗੁਰੂ ਨੂੰ ਵੱਧ ਤੋਂ ਵੱਧ ਪੜ੍ਹ ਕੇ ਆਪਾਂ ਖੋਜ ਕੇ ਵਿਚਾਰਨਾ ਹੈ, ਅਤੇ ਵੱਧ ਤੋਂ ਵੱਧ ਇਹ ਆਪਾਂ ਸਤਸੰਗਤ ਕਰਨੀ ਹੈ। ਬਾਕੀ ਇਹ ਜੋ ਆਪਾਂ ਗਿਆਨ ਦੀ ਸਾਂਝ ਪਾਉਂਦੇ ਹਾਂ, ਸਾਰਾ ਆਪਾਂ ਨੂੰ ਗੁਰਮੁਖ ਜਨਾਂ ਨੇ ਦਿੱਤਾ ਗੁਰਬਾਣੀ ਗੁਰੂ ਦੁਆਰਾ। ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਇਹ ਜੋ ਆਪਣੇ ਜੀਵਨ ਦਾ ਅਸਲ ਮਕਸਦ ਹੈ, ਸਾਡੀਆਂ ਸਾਰੀਆਂ ਸੁਰਤੀਆਂ ਦਾ, ਮਨਾਂ ਦਾ, ਇਹ ਜੋ ਸਾਡਾ ਪਤੀ ਹੈ ਕੰਥ, ਕਿਵੇਂ ਅਸੀਂ ਉਹਨੂੰ ਭਾਉਣਾ, ਕਿਵੇਂ ਅਸੀਂ ਸੁਹਾਗਣਾ ਬਣਨਾ, ਤੇ ਉਹ ਆਪਾਂ ਨੂੰ ਗੁਰਮੁਖਾਂ ਨੇ ਫਿਰ ਬੜਾ ਸੌਖਾ ਕਰਕੇ ਗੁਰਬਾਣੀ ਗੁਰੂ ਦੁਆਰਾ ਭੇਜ ਦਿੱਤਾ ਹੈ। ਤੇ ਆਪਾਂ ਵੀ ਇਹ ਭੇਤ ਲੈ ਕੇ ਆਪਣੀ ਸੁਰਤੀ ਵੀ ਜੋ ਸੁਹਾਗਣ ਹੈ ਉਹ ਹੋ ਸਕਦੀ ਹੈ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਰੂ ਵਾਹਿ 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 ਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।